25 ਮਾਰਚ 2020 ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਵਿੱਚ ਸਿੱਖਾਂ ਦੇ ਉੱਤੇ ਇੱਕ ਕਹਿਰੀ ਹਮਲਾ ਹੋਇਆ। ਇਹ ਹਮਲਾ ਇੱਕ ਗੁਰਦੁਆਰਾ ਸਾਹਿਬ ਦੇ ਉੱਤੇ ਸੀ, ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ। ਇਸ ਹਮਲੇ ਦੇ ਦੌਰਾਨ 25 ਸਿੱਖ ਸ਼ਹੀਦ ਹੋਏ। ਇਸ ਸ਼ਹੀਦੀ ਸਾਕੇ ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ ਆ, ਉਹਨਾਂ ਦੇ ਇੱਕ ਰਿਸ਼ਤੇਦਾਰ ਮੇਰੇ ਨਾਲ ਹਾਜ਼ਰ ਨੇ, ਜਿਨ੍ਹਾਂ ਦਾ ਨਾਮ ਭਾਈ ਹਰਿੰਦਰ ਸਿੰਘ ਆ। ਭਾਈ ਹਰਿੰਦਰ ਸਿੰਘ ਇਸ ਵੇਲੇ ਮੇਰੇ ਕੋਲ ਦਿੱਲੀ ਬੈਠੇ ਹੋਏ ਆ। ਹਮਲੇ ਨੂੰ 1 ਸਾਲ ਹੋ ਜਾਣ 'ਤੇ ਮੈਂ ਇਸ ਸ਼ਹੀਦੀ ਸਾਕੇ ਬਾਰੇ ਗੱਲਬਾਤ ਕਰਨੀ ਚਾਹੁੰਦਾ, ਕਿਉਂਕਿ ਇਸ ਹੱਲੇ ਦੇ ਉਹ ਚਸ਼ਮਦੀਦ ਵੀ ਨੇ ਅਤੇ ਉਹਨਾਂ ਦੇ ਪਰਿਵਾਰ ਦਾ ਇੱਕ ਵੱਡਾ ਲੋਸ, ਜਿਹੜਾ ਵੱਡਾ ਘਾਟਾ ਉਹਨਾਂ ਨੂੰ ਇਸ ਹਮਲੇ ਦਾ ਹੋਇਆ। ਮੈਂ ਇਸ ਗੱਲਬਾਤ ਲਈ ਉਹਨਾਂ ਨੂੰ ਸੱਦਾ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਜਿਵੇਂ ਆਪਾਂ ਗੱਲ ਕੀਤੀ ਆ, ਮੈਂ ਸਭ ਤੋਂ ਪਹਿਲਾਂ ਇਹ ਸਵਾਲ ਆ ਕਿ ਇਸ ਹਮਲੇ ਦੌਰਾਨ ਤੁਹਾਡੇ ਕਿਹੜੇ ਜੀਅ ਸ਼ਹੀਦ ਹੋਏ ਆ? ਸਾਡੇ ਤੋਂ ਪਹਿਲੇ ਸਾਡੇ ਸਿੱਖ ਪਰਿਵਾਰ ਸਾਰੇ ਹੀ ਸਨ ਅਤੇ ਗੁਰਦੁਆਰੇ ਮਹਾਰਾਜ ਵਿਖੇ ਬਿਰਾਜਮਾਨ ਸੰਗਤ ਸੀ ਅਤੇ ਗੁਰੂ ਮਹਾਰਾਜ ਦਾ ਪਾਵਨ ਸਰੂਪ ਵੀ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੋਇਆ ਸੀ ਅਤੇ ਸਜੇ ਦੀਵਾਨ ਅੰਦਰ ਜੋ ਸਾਡੇ ਨਾਲ ਇਹ ਵਪਾਰੇ ਚੱਲਿਆ ਅਤੇ ਅਟੈਕ ਹੋਇਆ ਸਾਡੇ 'ਤੇ। ਸਾਡੇ ਫੈਮਿਲੀ ਸਾਨੂੰ ਆਈ, ਸਾਡੇ ਰਿਸ਼ਤੇਦਾਰ ਸਨ ਸਾਰੇ, ਮਗਰ ਸਾਡੇ ਖਾਸ ਫੈਮਿਲੀ ਦੇ ਬੰਦੇ ਸੱਤ ਬੰਦੇ ਸਨ ਸਾਡੇ। ਸੱਤ ਜੀ ਸਾਡੇ ਸਨ ਜੀ। ਉਹਨਾਂ 7 ਜੀਆਂ ਦੇ ਵਿੱਚ ਕੌਣ ਸ਼ਾਮਲ ਸਨ? ਇੱਕ ਤੋਂ ਪਹਿਲੇ ਸਾਡੇ ਗ੍ਰੰਥੀ ਸਾਹਿਬ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਡੇ ਡੈਡੀ ਜੀ, ਅਤੇ ਉਸ ਤੋਂ ਇਲਾਵਾ ਨਾਲ ਦੀ ਨਾਲ ਨਾਮ ਦੱਸੀ ਜਾਓ। ਸਾਡੇ ਡੈਡੀ ਜੀ ਦਾ ਨਾਮ ਗ੍ਰੰਥੀ ਸਾਹਿਬ ਭਾਈ ਨਿਰਮਲ ਸਿੰਘ ਜੀ। ਉਸ ਤੋਂ ਉਪਰੰਤ ਸਾਡੀ ਧਰਮ ਸੁਪਤਨੀ ਬੀਬੀ ਸੁਰਪਾਲ ਕੌਰ ਸੁਰੀਲਾ ਅਤੇ ਸਾਡੀ ਛੋਟੀ ਕਾਕੀ ਬੱਚੀ, ਸਾਡੀ ਕਾਕੀ ਤਾਨੀਆ ਕੌਰ, ਜੋ ਕਰੀਬਨ 10 ਦਿਨ ਘੱਟ 5 ਸਾਲ ਦੀ ਸੀ। ਅਤੇ ਸਾਡਾ ਭਣਿਆ ਜੋ ਕਹਿੰਦੇ ਬਾਂਝਾ ਸਾਡਾ ਸਰਦਾਰ ਕੁਲਵਿੰਦਰ ਸਿੰਘ, ਉੱਥੋਂ ਦੇ ਸਾਡੇ ਨਾਲ ਕੀਰਤਨ ਕਰਦੇ ਸਨ ਜੋੜੀ ਦੀ, ਅਤੇ ਕੀਰਤਨੀ ਸਾਡਾ ਇੱਕ ਜੱਥਾ ਸੀ ਉਹ ਵੀ, ਅਤੇ ਸਾਡੇ ਭੂਏ ਦਾ ਬੇਟਾ ਸਰਦਾਰ ਪਰਮੀਤ ਸਿੰਘ, ਉਹ ਵੀ ਸਾਡੇ ਨਾਲ ਜੋੜੀ ਦੀ ਸੇਵਾ ਅਤੇ ਚੌਕੀ ਦੀ ਸੇਵਾ ਉਹ ਵੀ ਕਰਦਾ ਸੀ ਉਹ। ਅਤੇ ਮੇਰੇ ਚਾਚੇ ਸਹੁਰੇ ਦਾ ਬੇਟੇ ਦੋਨੋਂ, ਉਹ ਅੰਬ ਕੜਾਹ ਪ੍ਰਸ਼ਾਦ ਦੀ ਸੇਵਾ ਅਤੇ ਅੰਬ ਲੰਗਰ ਦੀ ਸੇਵਾ ਕਰਦੇ ਸਨ। ਦੂਸਰਾ ਮੇਰਾ ਸਹੁਰਾ, ਜੋ ਉਹ ਵੀ ਸਾਡੇ ਗੁਰਦੁਆਰਾ ਖਾਲਸਾ ਜੀ ਵਿਖੇ ਗ੍ਰੰਥੀ ਸਨ ਅਤੇ ਉਹੀ ਰੋਜ਼ਾਨਾ ਪਾਠ ਵੀ ਕਰਦੇ ਸਨ, ਉਹੀ ਸਨ। ਅਤੇ ਸਾਡੇ ਨਾਲ ਹੋਰ ਸਾਡੇ ਸਾਰੇ ਹੀ ਰਿਸ਼ਤੇਦਾਰ ਸਨ। ਇਹ ਮੰਜੇ ਦੀ ਤਰ੍ਹਾਂ ਗੰਢੇ ਹੋਏ ਸਨ ਅਤੇ ਸਾਡੀ ਸਾਰੀ ਸੰਗਤ ਹੀ ਉੱਥੇ ਹੀ ਸਾਡੇ ਰਿਸ਼ਤੇਦਾਰ ਸਨ ਹੋਏ ਜੋ ਸ਼ਹੀਦ ਹੋ ਗਏ। ਇਹ ਗੱਲ ਸੁਣ ਲੈਣ ਨੂੰ ਤਾਂ ਆਮ ਲੱਗਦੀ ਆ, ਪਰ ਜਿਹਦੇ ਉੱਤੇ ਵਾਪਰੀ ਹੋਵੇ ਉਹਨੂੰ ਹੀ ਪਤਾ ਹੁੰਦਾ। ਭਾਈ ਹਰਿੰਦਰ ਸਿੰਘ ਦੇ ਪਰਿਵਾਰ ਦੇ 7 ਜੀਅ ਇਸ ਹਮਲੇ ਦੌਰਾਨ 1 ਸਾਲ ਪਹਿਲਾਂ ਸ਼ਹੀਦ ਹੋਏ। ਮੈਂ ਇਸ ਗੱਲ ਦੀ ਡੀਟੇਲ ਚਾਹੁੰਦਾ ਕਿ ਉਸ ਦਿਨ ਕੀ ਵਾਪਰਿਆ, ਤੁਸੀਂ ਕੀ ਕੁਝ ਵੇਖਿਆ ਜਦੋਂ ਹਮਲਾ ਸ਼ੁਰੂ ਹੋਇਆ। ਆਪਾਂ ਉੱਥੋਂ ਸ਼ੁਰੂ ਕਰੀਏ। ਪਹਿਲੇ ਤੋਂ ਪਹਿਲੇ ਸਵੇਰੇ ਦਾ ਦੀਵਾਨ, ਜੋ ਅੰਮ੍ਰਿਤ ਵੇਲੇ ਦਾ ਦੀਵਾਨ ਸੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਦਾਸ ਉੱਥੇ ਹੀ ਚੱਲਿਆ ਗਿਆ, ਅਤੇ ਸਾਡੇ ਨਾਲ ਸਾਡੇ ਗ੍ਰੰਥੀ ਸਾਹਿਬ ਭਾਈ ਨਿਰਮਲ ਸਿੰਘ ਡੈਡੀ ਜੋ ਸਾਡੇ ਸਨ, ਇਹੀ ਚੱਲੇ ਗੁਰਦੁਆਰੇ ਮੇ, ਅਤੇ ਸਾਡਾ ਸਰਦਾਰ ਕੁਲਵਿੰਦਰ ਸਿੰਘ ਉੱਥੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਉਪਰੰਤ ਕੀਰਤਨ ਆਸਾ ਦੀ ਵਾਰ ਦੇ ਛੰਨ ਲਗਾਏ ਰਹੇ ਸੀ ਅਸੀਂ ਸਾਰੇ ਉੱਥੇ ਬੈਠ ਕੇ। ਉਸ ਤੋਂ ਉਪਰੰਤ ਜੋ ਸੰਗਤ ਨੇ ਇਹ ਨੀਅਤ ਕੀਤੀ ਸੀ, ਜੋ ਪਾਠ ਹੋ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਅਸੀਂ ਰੱਖਿਆ ਸੀ ਸਪਤਾਹ ਪਾਠ, ਸ੍ਰੀ ਸਪਤਾਹ ਪਾਠ ਜੀ, ਕਿ ਕਰੋਨਾ ਵਾਇਰਸ ਦੀ ਮਹਾਮਾਰੀ ਚੱਲ ਰਹੀ ਸੀ COVID-19, ਇਹਦੀ ਖਾਤਰ ਸਾਰੀ ਸੰਗਤ ਨੇ ਹੀ ਉੱਥੇ ਪਾਠ ਰੱਖ ਕੇ ਉਸੀ ਦਿਨ ਆਖਰੀ ਭੋਗ ਪੈਣਾ ਸੀ ਪਾਠ ਦਾ। ਜੋ ਪਾਠ ਭੋਗ ਪਿਆ, ਫਿਰ ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਨਾਸ਼ਤਾ ਚਾਹ ਪਾਣੀ ਦੀ ਸੇਵਾ ਵੀ ਹੋਈ ਸੀ ਸੰਗਤਾਂ ਵੱਲੋਂ। ਬਸ ਅਸੀਂ ਬੈਠੇ ਸਾਂ, ਆਖਰਲੀ ਟਾਈਮ ਸੀ ਜੋ ਸਾਡੇ ਗ੍ਰੰਥੀ ਸਾਹਿਬ ਡੈਡੀ ਜੀ ਨੇ ਇਹਨਾਂ ਨੇ ਪੌਨ ਹੁਕਮਨਾਮਾ ਲੈ ਕਰ स्टेट की ड्यूटी मेरी थी, स्टेट पर खड़ा होते स्टेट ते आखिरी यही बोले सुनियार सत श्री अकाल का जयकारा उचारिया। सारी संगत ही बैठी सी ਅਤੇ ਸੰਗਤ ਵਿੱਚੋਂ ਸਾਡਾ ਇੱਕ ਬੰਦਾ ਸਰਦਾਰ ਕੁਲਜੀਤ ਸਿੰਘ, ਜੋ ਹਾਲੇ ਵੀ ਗੁਰੂ ਮਹਾਰਾਜ ਦੀ ਕਿਰਪਾ ਹੈ ਜ਼ਖਮੀ ਸੀ ਅਤੇ ਹੁਣ ਠੀਕ ਹੈ, ਉਹ ਵੀ ਹਾਲੇ ਵੀ ਅਫਗਾਨਿਸਤਾਨ ਵਿੱਚ ਹੈ। ਇਹ ਉੱਠ ਕੇ ਖੜਾ ਹੋ ਗਿਆ ਅਤੇ ਕਿਹਾ ਨੇ ਕਿ ਮੇਰੇ ਡੈਡੀ ਜੀ ਨੂੰ ਕਿਹਾ, ਮਾਮਾ ਜੀ, ਉਹ ਕਿਉਂਕਿ ਉਹਦੇ ਬਾਂਝੇ ਸਨ, ਮਾਮਾ ਜੀ ਬਾਹਰ ਚੋਰ ਆਏ ਨੇ, ਕੋਈ ਡਾਕੂ ਆਏ ਨੇ। ਅਤੇ ਮੇਰੇ ਡੈਡੀ ਜੀ ਨੇ ਸੰਗਤ ਨੂੰ ਦੇਖਿਆ ਅਤੇ ਸੰਗਤ ਨੂੰ ਕਿਹਾ ਤੁਸੀਂ ਬੈਠੋ, ਕੋਈ ਗੱਲ ਨਹੀਂ। ਅਤੇ ਮੈਕ ਮੇਰੇ ਕੋਲ ਸੀ,
ਤੇ ਮੈਂ ਮੈਕ ਵਿੱਚ ਸਟੇਜ ਰਾਹੀਂ ਵੀ ਬੋਲਿਆ ਸੰਗਤ ਨੂੰ ਕਿ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਵੇਂ ਜੁੜੇ ਬੈਠ ਕੇ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਹੀ ਦੇਖਾਂਗੇ ਕੀ ਹੁੰਦਾ ਹੈ। ਕਿਉਂਕਿ ਉਸ ਹਾਲਾਤ ਵਿੱਚ ਸ਼ੋਰ ਬਾਜ਼ਾਰ ਜੋ ਉਹਦਾ ਨਾਮ ਹੈ, ਇੱਥੇ ਗੁਰਦੁਆਰਾ ਜਿੱਥੇ ਸੀ ਉੱਥੇ ਸ਼ੋਰ ਬਾਜ਼ਾਰ ਉਹਦਾ ਨਾਮ ਹੈ, ਬਾਜ਼ਾਰ ਪੁਰਾਣਾ ਬਾਜ਼ਾਰ ਹੈ। ਉਸ ਬਾਜ਼ਾਰ ਵਿੱਚ ਹਮੇਸ਼ਾ ਹੀ ਉੱਥੇ ਬੰਦੇ ਜੋ ਕਿਸੇ ਕੋਲ ਮੋਬਾਈਲ ਛੀਂਦੇ ਸਨ, ਵਹੀ ਫਾਇਰਿੰਗ ਹੁੰਦੀ ਸੀ ਹਮੇਸ਼ਾ। ਅਸੀਂ ਚੱਲ ਬੋਲਿਆ ਉਹ ਫਾਇਰਿੰਗ ਬਾਹਰ ਹੈ, ਬਾਹਰ ਕਿਸੇ ਕੋਲੋਂ ਕੁਛ ਲੈ ਗਏ ਸਨ। ਅਤੇ ਸਾਡੇ ਡੈਡੀ ਜੀ ਨੇ ਕਿਹਾ ਨਹੀਂ, ਆਤਮਨ ਕੋਈ ਸਰਦਾਰ ਜੋ ਪਹਿਲੇ ਸਰਦਾਰ ਆਉਂਦੇ ਸਨ ਗੁਰਦੁਆਰਾ ਘਰ ਦੇ ਪ੍ਰਵਾਨ ਤੋਂ, ਉੱਥੇ ਗੱਡੀ ਆਪਣੀ ਖੜੀ ਕਰਕੇ ਗੇਟ ਦੇ ਸਾਹਮਣੇ, ਉਸਨੇ ਕਿਹਾ ਨਹੀਂ ਕਿਸੇ ਕੋਲੋਂ ਕੋਈ ਗੱਡੀ ਲੈ ਜਾ ਰਹੇ ਨੇ। ਆਲੇ ਵੇ ਇਸੀ ਟਾਈਮ ਇੱਕ ਬੰਦਾ ਹੋਰ ਸਾਡਾ ਜੋ ਉੱਥੋਂ ਦਾ ਸਾਡਾ ਲੰਗਰੀ ਸੇਵਾਦਾਰ ਸੀ, ਇਹ ਆ ਗਿਆ ਅੰਦਰ ਅਤੇ ਮੈਨੂੰ ਬੋਲਿਆ ਵੀਰ ਜੀ ਬੰਦੇ ਆ ਗਏ ਨੇ ਅੰਦਰ ਅਤੇ ਗੁਰਦੁਆਰੇ ਦੇ ਅੰਦਰ ਇਹ ਚੋਰ ਹਨ, ਡਾਕੂ ਹਨ, ਇਹਨਾਂ ਦੇ ਕੋਲ ਸਾਰਾ ਹਸਲਾ ਵੀ ਹੈ, ਨਾਲੇ ਆਏ ਨੇ ਅਤੇ ਹੁਣ ਕੀ ਕਰੀਏ। ਸਾਨੂੰ ਹੀ ਗੁਰੂ ਮਹਾਰਾਜ ਦੀ ਓਟ ਆਸ ਲੈਂਦੇ ਹੋਏ ਸਿਰ ਚੌਪਈ ਸਾਹਿਬ ਦਾ ਪਾਠ ਸ਼ੁਰੂ ਕੀਤਾ। ਚੌਪਈ ਸਾਹਿਬ ਸਾਰੀ ਸੰਗਤ ਹੀ ਪੜ੍ਹਦੀ ਨਾਲ, ਅਤੇ ਇਸੀ ਹਾਲ ਵਿੱਚ ਸਾਡੇ ਗ੍ਰੰਥੀ ਸਾਹਿਬ ਡੈਡੀ ਜੀ ਇਹਨਾਂ ਨੇ ਕਿਹਾ, ਅਤੇ ਉਹ ਹੀ ਜਿਹੜਾ ਲੰਗਰੀ ਸੇਵਾਦਾਰ ਸੀ ਨੇ ਬੋਲਿਆ ਵੀਰ ਜੀ ਮੈਨੂੰ ਸ਼ਮਸ਼ੇਰ ਦਿਓ, ਤਲਵਾਰ ਇੱਕ ਤਲਵਾਰ ਉਹਨੂੰ ਦੇ ਦੀ ਉਹ ਲੰਗਰੀ ਸੇਵਾਦਾਰ ਨੂੰ, ਅਤੇ ਇੱਕ ਤਲਵਾਰ ਮੇਰੇ ਹੱਥ ਸੇ ਮੇਰੇ ਡੈਡੀ ਜੀ ਨੇ ਲੈ ਲਈ ਸੀ ਗ੍ਰੰਥੀ ਸਾਹਿਬ ਨੇ। ਇਹ ਲੈ ਕੇ ਅਤੇ ਜੈਕਾਰੇ ਦੀ ਉਚਾਰਨ ਕੀਤੀ, ਬੋਲੇ ਸੋਨਿਆਰ ਅਤੇ ਸਤਿ ਸ੍ਰੀ ਅਕਾਲ। ਸਾਰੀ ਸੰਗਤ ਨੇ ਸਤਿ ਸ੍ਰੀ ਅਕਾਲ ਕਹਿ ਕੇ ਹੀ ਸ੍ਰੀ ਚੌਪਈ ਸਾਹਿਬ ਦਾ ਪਾਠ ਸ਼ੁਰੂ ਕੀਤਾ। ਸਾਡੇ ਨਾਲ ਇਹੀ ਜੋ ਸਾਡਾ ਵੀਰ ਲਾਂਗਰੀ ਸੇਵਾਦਾਰ ਇਹ ਨਿਕਲਿਆ ਬਾਹਰ ਜੋ ਨਿਕਲਦਾ ਦੇਖਦਾ ਇਹ ਬੰਦੇ ਜ਼ਿਆਦਾ ਨੇ, 4 ਬੰਦੇ ਨੇ, ਅਤੇ ਇਹਨਾਂ ਦੇ ਪਾਸ ਬੰਦੂਕ ਹੈ। ਸ੍ਰੀ ਸਾਹਿਬ ਨੂੰ ਵੀ ਲੈ ਕੇ ਸੈਟ 'ਤੇ ਪੱਪੂ ਕਰਕੇ ਰੱਖ ਮਾਰਿਆ, ਅੱਖਾਂ 'ਤੇ ਲਗਾ ਕੇ। ਸ੍ਰੀ ਸਾਹਿਬ ਨਾਲ ਉਹਨਾਂ ਦੇ ਸੀ ਅਤੇ ਰੱਖ ਲਈ। ਉਹ ਮੇਰੇ ਗ੍ਰੰਥੀ ਡੈਡੀ ਜੀ ਕੋਲ ਜੋ ਸ੍ਰੀ ਸਾਹਿਬ ਸੀ ਇਹ ਵੀ ਬਾਹਰ ਰਿਹਾ ਥਾ। ਉੱਥੇ ਮੇਰੀ ਬੇਟੀ ਛੋਟੀ ਤਾਨੀਆ ਕੌਰ, ਇਹਨੇ ਆਵਾਜ਼ ਮਾਰੀ, ਇਹੀ ਕਿਹਾ ਉਹਨਾਂ ਨੇ ਪਾਪਾ ਜੀ ਨੂੰ ਨਾ ਜਾਓ ਬਾਹਰ। ਬਸ ਮੇਰਾ ਪਾਪਾ ਦੇਖਦਾ ਕਹਿ ਗਿਆ ਬੇਟਾ ਤੂੰ ਬੱਚਿਆਂ ਨੂੰ ਸੰਭਾਲ, ਸੰਗਤ ਨੂੰ ਗੁਰੂ ਮਹਾਰਾਜ ਕਿਰਪਾ ਕਰੇ ਮੈਂ ਦੇਖਾਂ। ਜਦ ਹੀ ਬਾਹਰ ਨਿਕਲਿਆ ਉਸ ਟਾਈਮ ਸਾਰੀ ਜੋ ਮੇਰੇ ਤਾਇਆ ਸੋਹਰੇ ਦੇ ਬੇਟੇ ਸਨ, ਦੋਨੋਂ ਲੰਗਰੀ ਸੇਵਾਦਾਰ ਸਨ, ਇਹ ਨਿਕਲ ਗਏ ਬਾਹਰ। ਸਰਦਾਰ ਸੁਰਜਨ ਸਿੰਘ, ਸਰਦਾਰ ਸਿੰਘ, ਇਹ ਦੋਨੋਂ ਜੋ ਨਿਕਲੇ ਬਾਹਰ ਅਤੇ ਇਸ ਜ਼ਾਲਮਾਂ ਨੇ ਉਹਨਾਂ ਦੋਨੋਂ ਨੂੰ ਮਾਰ ਦਿੱਤਾ। उसके बाद साड़ी सारी संगत निकली बाहर, जनानियाँ से ज़्यादा निकल के आए। मेरी मुड़े थे हथ किया वीर जी की करियाँ क्या, बस यही गुरु महाराज का आसरा लेंदे हुए बैठ के देखने क्यों होंदा है। उस तो बाद जब भी साढ़े डैडी जी फिर आए ਅਤੇ गेट ਦੇ ਕੋਲ ਗਏ ਅਤੇ ਫਿਰ ਮੁੜ ਕੇ ਉੱਪਰ ਆਏ ਅਤੇ ਕਿਹਾ ਬੇਟਾ ਗੁਰੂ ਮਹਾਰਾਜ ਦਾ ਆਸਰਾ ਲਓ, ਤੁਹਾਨੂੰ ਬੇਨਤੀ ਕਰਦਾ ਕਿ ਸ਼ੋਰ ਮਸ਼ੋਰ ਨਾ ਮਚਾਓ ਅਤੇ ਬਾਹਰ ਨਾ ਜਾਓ, ਸੋਨੂੰ ਇੱਕ ਨੂੰ ਮਾਰੇਗਾ। ठीक है पिता जी ठीक है। बस यही खड़े थे कि एक बार आवाज़ आई गोली दी। फिर इस विच मेरी बेटी की आवाज़, गगनदीप सिंह की आवाज़ बड़ी ज़्यादा आई। बोले सुनियार सत श्री अकाल बोलता सी। बस मैं अपनी माता जी ਅਤੇ अपनी धर्म सुपत्नी ਨੂੰ देखा तो उन्होंने कहा बस साढ़े सारे बंदे चले गए, यही जो संगत है यही बच गई और सारे ਨੂੰ शहीद कर देता है। बम बिलास भी ज़्यादा की थे, हैंड बम जो सी वो भी गिरा रहे थे। इसी समय विच जो साड़ी संगत सारी आई बाहर साढ़े नाल, जो मंजी साहब थी बाहर, एक तो अंदर गेट सी जो असी सर्दियों में उधर ही प्रोग्राम कर रहे थे। एक बार ये बाहर सारे सी खड़े थे ग्राउंड रोड पे। एक बार मेरे डैडी जी मेरे कोल सन, मुझे कहते पुत्र देख निकले ना बाहर, निकले ना कि मार दे थानू। क्या पिता जी ठीक है। इसी सने में देखिए कर डैडी जी ने बोलिया वो ही लामजहब बुटां दे नाल अंदर आया गुरुद्वारे में। यही बोल के बोले सुन यार सत श्री अकाल बोलिया। देखता हूँ एक सेकंड भी नहीं गुजरिया वो नीचे हाल में पहुँच गया। डैडी उसके हाथ में शमशेर सी। ताई बोले सुन यार क्या किया कि इधर सामने ही बंदा खड़ा था, दूसरे ने गेट में जो खड़ा था उधर गेट में थोड़ा दूर था, उसने गोली लगा के ने पैर विच मारी, ये गिर गया। सत श्री अकाल दा जयकारा बोल के ताई फिर उठता सी बोले सुन यार कह के दूजे ने इस मूँह विच मारी गोली, शहीद हो गया थी। उस तो बाद ऊपर आके ऊपर हाल विच जो खड़े सन
सारे ते जरबा कर देता, हमला कर दे, गोली लगा ली। इस विच मेरी बेटी और मेरी वाइफ ये मेरे नाल सी। बेटी जब भी हाथ उन्होंने अगे किया कि डैडी मैनू चाहो, तो मेरी धर्मस पत्नी ने भी किया इसनू चल मैं देखूंगी। तो हाथ वगी किते इस जालम ने लैके उन्होंने सिर में गोली मार दी। मेरी बेटी और धर्म सपनी दोनों मेरी आंखों के सामने मेरे हाथ से गिर गए। उसी टाइम फिर देखा कि और जो सिख उधर खड़े थे सारे मारा था। तो मैं इसमें क्या जालम किसी ਨੂੰ मारना, जो भी कहना है तेनों सानू कहो असी तुहाडे नाल हां, जो मंगदा असी तुहानू देने हां। इसी गल विच इसने किया चुप। इसी तरह चुप कह के मेरी पीठ पर लगत लगा के मैनू सट देता। तो मैं जब आंखें खोलता हूँ देखता ऊपर देखता मेरे दंद जो निकल गए। दंद निकले तो सत श्री अकाल का जयकारा मेरे भांजे ने बोला था कि मामा जी इधर आओ तो मारे ना। फिर खड़ा हो गया, फिर के जालम किसी को मारना, यही कह के ये जो बंदूक पकड़ी तो गोली खत्म हो गई सी। ताई शाहजोर वटाए मेरे भांजे ने लैके मैं गुरु ग्रंथ साहिब महाराज जो जिथे विराजमान सन उत्थे लै गए। क्या मामा जी नीचे हो, मामा जी नीचे हो मारेगा, मामा जी नीचे हो मारेगा। बोले सत श्री अकाल का जयकारा। बस इसी जो सारी जनानियां उधर ही सन ये सारे कतल कर दिता वारी वारी नाल। जिसनों मारदा सी अल्लाह अकबर कह के, ਅਤੇ एक बोतल उन्होंने एक पास कोई एनर्जी ड्रिंक सी। किसी बंदे ਨੂੰ मार के फिर एनर्जी पी के ते अल्लाह अकबर कहना सी। देखा आखिर तक फिर भी उठता था स्टेज से, ताई उठता मेरे भांजा फिर नीचे कर लेना सी। इधर साढ़े नाल भाई मान सिंह, सरदार कुलजीत सिंह यही ਅਤੇ मेरी मम्मी यही सी। मेरी पैर उसे खिंच के मैनू सट लिया ਅਤੇ सिरपा मेरे गल विच था। सिरपा ਨੂੰ लैके मेरी मूँह दबा लेता कि कूका ना मार तेनू मार देगा। पौन स्वरूप के नीचे मेरा सर दबा लेता उधर ही। फिर बड़ा कोशिश की कि एक निकलूँ, क्योंकि उधर साढ़े जो सिख वीर सन ते और बच्चियां साढ़े नाल सन वो बड़ा घबरांदी सन। यही सत श्री अकाल का जयकारा सी। ਤੁਸੀਂ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਤਾਂ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਮਗਮ ਸਾਡੇ ਹੱਥ ਵਿੱਚ ਕੁਝ ਨਹੀਂ ਸੀ ਕਿਸ ਦੇ ਨਾਲ ਬਚਾ ਦੇ। ਫਿਰ ਵੀ ਇਤਨੀ ਦੇਖਾ ਅਤੇ ਗੁਰੂ ਮਹਾਰਾਜ ਜੀ ਓਟ ਜੁਲੀ ਸੀ। ਬਸ ਗੁਰੂ ਮਹਾਰਾਜ ਨੇ ਕਿਰਪਾ ਕੀਤੀ। इधर जो साढ़े नाल 8 बंदे सन ये बच गए। ਅਤੇ आखिरी ਵਿੱਚ मेरे भांजे ने किया मामा जी फिर भी मैं ऊपर आया, मामा जी एक बार सब्र कर इधर आओ गोली ना लगे। वो मामा जी कहना उन्होंने भी गोली लगी तो वो भी शहीद हो गया। इधर साढ़ा होर सरदार परमीत सिंह वो भी पवन स्वरूप के कोल खड़ा थी तो कहना सी सानू तो खैर गुरु महाराज ने कुछ बेइज्जती ना करे। इसी सने में अंदर आके फिर इस जालम ने इसी अख विच मार दिता तो यह भी गिरा सत श्री अकाल कह के। वो छोटी बच्ची ਨੂੰ देखा वो माँ को घबराती सी ते दूध पींदी सी। उन्होंने बोलिया दिलजीत कौर का नाम सी। दिलजीत कौर एक मिनट बेटी सबर कर, ऊँचे ना हो कि तैनू मार देगा। नहीं वीर जी मैं की करा, मेरी बेटी रह गए होर बेटे मेरे रह गए तो मेरे नाल ही जो सारे ते हुआ मेरे ते भी वही होगा। सारे साढ़े साढ़े वीर साढ़े भैन सारे शहीद हो गए। इसी हालात में ताई ने किया इधर आ। ये जालम खड़ा थे अति कहे बच्ची को निकालो, बच्ची को कुछ नहीं कहता हूँ। बस उसी दिलजीत कौर ने भी मारता शहीद हो गई वो भी। उससे बाद वारी वारी दे नाल एक बार नहीं जिथे गुरु महाराज के हुक्मनामे सन हुक्मनामे ਨੂੰ गोलियां नाल मारदा सी। एक ओंकार लिखा हुआ था छत पर, वही छत पर बस यही लगाना था। कदी पश्तो में उसदे नाल जो साइड में बंदा सी पश्तो में बोलदा सी अफगानी भाषा ਅਤੇ ਇਹ पंजाबी बोलता सी उर्दू। यही कहने किसी को भी मत छोड़ना हिंदी में बोल रहा था। और दूसरा जो उहदे नाल सी पश्तो में बोलता था योवे मपरेदा किसी को भी न छोड़ो। बस यही बातें कर रहा था। और बात क्यों उससे बाद जो गुरु महाराज जी के सामने साने गैस सिलेंडर रखी थी गैस सी, क्योंकि बिजली की प्रॉब्लम थी उसे। उसी टाइम में जो अंदर आ किसी के लिए कॉल आई ओदी मोबाइल का आवाज़ बड़ा ऊँचा था। फिर अंदर आ गया। फिर अंदर जो आया उसी सिलेंडर को मारा तो सिलेंडर फट के गुरु महाराज जी कृपा हुई कुछ नहीं हुआ। तो सिलेंडर मेरे सिर पर लगा, मैं उसी टाइम खड़ा था, सर पर लगा तो मैं नीचे टेक गया। फिर देखता हूँ टाइम देखा कि तकरीबन 12:30 हो गए। सारे को बोला चल जो भी हो गया हो गया। तो गुरु महाराज का जोड़ा पवन स्वरूप है ये भी बच गया। ये गुरु महाराज जी बड़ी वड्डी कृपा हुई मेरी अखा ने अपनी अखा ने नाल करामात गुरु ग्रंथ साहिब जी महाराज जी देखी है।
जब ही ये जालम आके गुरु महाराज तर फायरिंग कर रहा था अते फायरिंग जी हैग भी नहीं लगी गोली, एक गोली भी नहीं लगी ते ऊपर जो मंजी साहब का चंदोआ सी चंदोआ विच लगदे सन। ਮੈਂ ਥੋੜਾ ਜਿਹਾ ਇੰਟਰਰਪਟ ਕਰਕੇ ਤੇ ਸਵਾਲ ਰੂਪ ਚ ਲਿਆਵਾਂ। ਭਾਈ ਹਰਿੰਦਰ ਸਿੰਘ ਹੁਣੀ ਜਿਹੜਾ ਹਮਲਾ 1 ਸਾਲ ਪਹਿਲਾਂ ਕਾਬਲ ਦੇ ਗੁਰਦੁਆਰਾ ਸਾਹਿਬ 'ਚ ਹੋਇਆ, ਉਹਦਾ ਸਾਰਾ ਹਾਲ ਚਸ਼ਮਦੀਦ ਵਜੋਂ ਇਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਤੇ ਹਿੱਕ ਤੇ ਹੰਡਾਇਆ। ਉਹ ਸਾਰੀ ਗੱਲ ਬਹੁਤ ਹੀ ਜਜ਼ਬਾਤੀ ਲਹਿਜੇ ਨਾਲ ਕਹਿ ਰਿਹਾ। ਇਹ ਬੜੇ ਭਾਵੁਕ ਪਾਲਿਆ। ਇਹ ਗੱਲਾਂ ਸਾਹਮਣੇ ਬਹਿ ਕੇ ਸੁਣਨੀਆਂ ਵੀ ਬਹੁਤ ਔਖੀਆਂ, ਪਰ ਜਿਨ੍ਹਾਂ ਨਾਲ ਬੀਤੀਆਂ ਹੋਣ ਉਹਨਾਂ ਦੀ ਪਦਵੀ ਸਾਡੇ ਤੋਂ ਬਹੁਤ ਉੱਚੀ ਆ। ਇਹ ਬਹੁਤ ਸਤਿਕਾਰਯੋਗ ਨੇ ਇਹ ਅਫਗਾਨਿਸਤਾਨ ਦੇ ਸਿੱਖ, ਜਿਨ੍ਹਾਂ ਨੇ ਇਸ ਜ਼ੁਲਮ ਨੂੰ ਆਪਣੀ ਹਿੱਕ ਤੇ ਸਹਿਆ ਤੇ ਫਿਰ ਵੀ ਪਲ ਪਲ ਹਰ ਸਾਹ ਦੇ ਨਾਲ ਗੁਰੂ ਮਹਾਰਾਜ ਦਾ ਸ਼ੁਕਰ ਕਰਦੇ ਆ। ਜੇ ਬਚੇ ਵੀ ਆ ਜਿੰਨੇ ਵੀ, ਉਹ ਵੀ ਸ਼ੁਕਰਾਨਾ ਹੀ ਕਰਦੇ ਆ, ਭਾਣੇ 'ਚ ਰਹਿ ਰਹੇ ਆ। ਇਹ ਗੱਲ ਅਫਗਾਨਿਸਤਾਨ ਦੇ ਹੋਰ ਸਿੱਖ ਜਿਹੜੇ ਦਿੱਲੀ 'ਚ ਆਏ, ਮੈਂ ਉਹਨਾਂ ਨਾਲ ਵੀ ਗੱਲ ਕੀਤੀ ਤੇ ਉਹ ਵਾਰ-ਵਾਰ ਕਹਿੰਦੇ ਆ ਕਿ ਜੋ ਚਮਤਕਾਰ ਉਹਨਾਂ ਨੇ ਵੇਖੇ ਉਹ ਕੀ ਨੇ। ਚਮਤਕਾਰ ਅੱਜ ਵੀ ਹੁੰਦੇ ਆ। ਜ਼ਾਲਮਾਂ ਨੇ 25 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। 26ਵਾਂ ਉੱਥੇ ਇੱਕ ਮੁਸਲਮਾਨ ਭਰਾ ਸੀ ਜਿਹੜਾ ਚੌਂਕੀਦਾਰ ਸੀ, ਸਭ ਤੋਂ ਪਹਿਲਾਂ ਉਸ ਨੂੰ ਸ਼ਹੀਦ ਕੀਤਾ, ਬਾਅਦ 'ਚ ਸਿੱਖਾਂ ਵੱਲ ਹੋਏ। ਉਹ ਸਿੱਖਾਂ ਨੂੰ ਬਚਾ ਰਿਹਾ ਸੀ, ਰੋਕ ਰਿਹਾ ਸੀ ਹਮਲਾਵਰਾਂ ਨੂੰ। ਜਦੋਂ ਸਵੇਰ ਵੇਲੇ ਐਂਟਰ ਹੋਏ ਗੁਰਦੁਆਰਾ ਸਾਹਿਬ 'ਚ, ਮੈਂ ਸਵਾਲ ਰੂਪ ਦੇ ਵਿੱਚ ਗੱਲ ਲੈ ਕੇ ਆਵਾਂ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ ਉੱਥੇ, ਉਸ ਵੇਲੇ ਉਹਨਾਂ ਜ਼ਾਲਮਾਂ ਨੇ ਜਿਨ੍ਹਾਂ ਨੇ ਹਮਲਾ ਗੁਰਦੁਆਰਾ ਸਾਹਿਬ 'ਤੇ ਕੀਤਾ, ਸਿੱਖਾਂ ਨੂੰ ਸ਼ਹੀਦ ਕੀਤਾ, ਇਹ ਸਾਰੇ ਸਿੱਖ ਕਹਿੰਦੇ ਆ ਕਿ ਚਮਤਕਾਰ ਵਾਪਰਿਆ। ਉਹ ਚਮਤਕਾਰ ਕੀ ਵਾਪਰਿਆ? ਚਮਤਕਾਰ ਤੋਂ ਇਹ ਗੁਰੂ ਮਹਾਰਾਜ ਦੀ ਬੜੀ ਵੱਡੀ ਕਿਰਪਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜੋ ਅਸੀਂ ਸਿੱਖ ਗੁਰੂ ਮਹਾਰਾਜ ਮੰਨਿਆ ਹੈ ਤੇ ਮੰਨਦੇ ਹਾਂ। ਇਹਦੀ ਚਮਤਕਾਰ ਇਹ ਹੈ ਜੋ ਇਸ ਜ਼ਾਲਮ ਅੰਦਰ ਆ ਕੇ ਗਿੜ ਦੇ ਅੰਦਰ ਪਹਿਲੇ ਤੋਂ ਪਹਿਲੇ ਸਾਨੂੰ ਤੋਂ ਇਹ ਸਾਰੇ ਸਿੱਖਾਂ ਨੂੰ ਇਹੀ ਫਰਜ਼ ਹੈ, ਜੋ ਜਿੱਧਰ ਵੀ ਮੰਦਰ ਵਿੱਚ ਹੋ, ਗੁਰਦੁਆਰੇ ਵਿੱਚ ਹੋ, ਬੂਟਾ ਦੇ ਨਾਲ ਹਟ ਜਾਣਾ ਸਾਨੂੰ ਨਹੀਂ। ਇਹ ਜ਼ਾਲਮ ਜੱਦੀ ਬੂਟਾ ਦੇ ਨਾਲ ਅੰਦਰ ਆ ਕੇ ਸਾਡੇ ਗ੍ਰੰਥੀ ਸਾਹਿਬ ਨੇ ਇਹੀ ਬੋਲਿਆ ਕਿ ਜ਼ਾਲਮ ਬੇਈਮਾਨ ਬੂਟ ਦੇ ਨਾਲ ਆ ਕੇ ਅੰਦਰ ਹੀ ਆਇਆ ਅਤੇ ਬਸ ਉਸ ਤੋਂ ਉਪਰੰਤ ਜੋ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਅਤੇ ਗੁਰੂ ਮਹਾਰਾਜ ਦੇ ਪਵਨ ਸਰੂਪ ਵੱਲ ਆ ਕੇ ਤਾਂ ਹਦੇ ਹੀ ਇਹਨੂੰ ਗੁਰੂ ਮਹਾਰਾਜ ਨੇ ਇਤਨਾ ਹੀ ਰੋਕ ਦਿੱਤਾ, ਇਹਦੇ ਪੈਰ ਨੂੰ ਰੋਕ ਦਿੱਤਾ ਕਿ ਗੁਰੂ ਮਹਾਰਾਜ ਵੱਲ ਆ ਕੇ ਹੀ ਅੰਦਰ ਵੀ ਨਹੀਂ ਆਇਆ, ਤਾਂ ਹੀ ਸਿਰ ਪਾ ਤੱਕ ਵੀ ਨਹੀਂ ਆ ਸਕਿਆ, ਪੈਰ ਇਹਨਾਂ ਨੇ ਨਹੀਂ ਰੱਖ ਸਕਿਆ। ਇਹ ਪਹਿਲੀ ਚਮਤਕਾਰ। ਦੂਸਰੀ ਚਮਤਕਾਰ ਗੁਰੂ ਮਹਾਰਾਜ ਦੀ ਇਹ ਸੀ, ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਸ ਹੀ ਖੜਾ ਤਾ ਬੇਹੀ ਸੈਟ ਵਿੱਚ, ਅਤੇ ਸਰਜੂ ਉੱਪਰ ਕੀਤਾ ਅਤੇ ਦੇਖਿਆ ਜ਼ਾਲਮ ਖੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਖੜਾ ਅਤੇ ਆਪਣੀ ਬੰਦੂਕ ਲੈ ਕੇ ਗੁਰੂ ਮਹਾਰਾਜ ਵੱਲ ਹੀ ਕਰ ਰਿਹਾ ਹੈ, ਫਾਇਰਿੰਗ ਕਰਿਆ ਅਤੇ ਇੱਕ ਗੋਲੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਵੱਲ ਨਹੀਂ ਪਹੁੰਚੀ, ਲੱਗੀ ਨਹੀਂ। ਤਾਂ ਕਰ ਰਿਹਾ ਸੀ ਫੈਰ ਮਗਮ ਬੰਦੂਕ 'ਤੇ, ਇਹ ਜੋ ਗੋਲੀ ਹੈ ਗੋਲੀ ਨਹੀਂ ਲੱਗੀ, ਗੋਲੀ ਸਾਰੀ ਉੱਪਰ ਚੰਦੋਏ ਵੱਲ ਲੱਗ ਰਹੀ ਥੀ। ਦੂਸਰਾ ਪਵਨ ਸਰੂਪ ਜੋ ਬਿਰਾਜਮਾਨ ਇਹ ਮੰਜੀ ਸਾਹਿਬ ਵਿੱਚ ਸਨ, ਅਤੇ ਮੰਜੀ ਸਾਹਿਬ ਵੱਲ ਜੋ ਉੱਥੇ ਲਿਖਿਆ ਹੋਇਆ ਸੀ ਸਤਿਗੁਰੂ ਤੇਰੀ ਓਟ, ਜਿਹੜਾ ਸੁਖਾਸਣ ਹੁੰਦਾ, ਸੁਖਾਸਨ 'ਤੇ ਉੱਥੇ ਲਿਖਿਆ ਸੀ, ਅਤੇ ਲਿਖਣੇ ਪਰ ਇਹ ਫਾਇਰਿੰਗ ਕਰ ਰਿਹਾ ਥਾ, ਅਤੇ ਉਹ ਫਾਇਰਿੰਗ ਦੀ 2-3 ਗੋਲੀਆਂ ਜੋ ਲੱਗੀ ਸਨ ਉਧਰ, ਅਤੇ ਖਾਲੀ ਇੱਕ ਰੁਮਾਲਾ ਸਾਹਿਬ, ਜੋ ਰੁਮਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਪਰ ਉੱਥੇ ਤੋਂ ਸਰਦੀ ਸੀ, ਕੰਬਲ ਪਿਆ ਹੋਇਆ ਸੀ, ਕੰਬਲ ਦੇ ਉੱਪਰ ਇੱਕ ਹੋਰ ਰੁਮਾਲ ਸੀ, ਉਹੀ ਰੁਮਾਲ ਨੂੰ ਅੱਗ ਲੱਗੀ ਸੀ। ਅਤੇ ਉਸੀ ਟਾਈਮ ਮੇਰੇ ਨਾਲ ਸਾਡੀ ਰਿਸ਼ਤੇਦਾਰ ਵੀ ਸੀ, ਅਤੇ ਸਾਡੀ ਸਕੂਲ ਵਿੱਚ ਪੜ੍ਹਦੀ ਸੀ ਬੱਚੀ ਨੂੰ ਕਿਹਾ, ਉਹਦਾ ਨਾਮ ਜਸਮੀਤ ਕੌਰ ਸੀ, ਕਿਹਾ ਜਸਮੀਤ ਬੇਟਾ ਇੱਕ ਵਾਰ ਉੱਪਰ ਹੋ ਕੇ ਇसी रुमाल ਨੂੰ खिंच कि गुरु ग्रंथ साहिब जी महाराज ਨੂੰ कुछ आ ना जाए। ताही किया, फिर ये अंदर आ गया, फिर जालम ने सुन लिया, आवाज़ सुनी, फिर आए फायरिंग कर दिया। ਅਤੇ इसी टाइम ਵਿੱਚ एक बार मैंने मैं ਅਤੇ ਮੇਰੇ ਸਾਥੀ ਸਨ, ਮੰਮੀ ਔਰ ਵਗੈਰਾ ਸਾਡੇ ਨਾਲ 8 ਬੰਦੇ ਜੋ ਸਨ, ਇਹ ਬੱਚੇ, ਅਤੇ ਇਹਨਾਂ ਨੇ ਬੋਲੇ ਸੁਣ ਯਾਰ ਸਤਿ ਸ੍ਰੀ ਅਕਾਲ ਜੋ ਕੀਆ। ਇਸ ਤਰ੍ਹਾਂ ਮੈਨੂੰ ਇਸ ਤਰ੍ਹਾਂ ਲੱਗਿਆ, ਮੈਨੇ ਆਪਣੀ ਅੱਖਾਂ ਦੇ ਨਾਲ ਵੇਖਿਆ, ਇਸ ਤਰ੍ਹਾਂ ਮੈਨੂੰ ਲੱਗਿਆ ਕਿ ਕਿਸੇ ਨੇ ਆ ਕੇ ਹੱਥ ਥਪੜਾ ਰੱਖੇ ਅਤੇ ਉਹ ਜੋ ਅੱਗ ਸੀ ਅੱਗ ਬੁਝ ਗਈ। ਦੂਸਰੀ ਚਮਤਕਾਰ ਕਿ ਉਸ ਟਾਈਮ ਇੱਕ ਹੱਥ ਦੂਜਾ ਹੱਥ ਨਹੀਂ ਦਿਸਦਾ ਸੀ, इतना ज़्यादा धुआं हो गया, क्योंकि उधर जो साढ़े पोशाक सी गुरु ग्रंथ साहिब महाराज दी और साढ़े जो चीज़ां सन उत्थे सारे अग लग गए, सारे नूं अग लगी सी, ते अंदर ही इसी हाल विच असीं बैठे सां, उसी हाल विच टोटली बेही इस तरह का लगता सी कि इत्थे कुछ भी नहीं, मुकम्मल धुआं भरे हो असी।
ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਮੈਂ ਮੰਮੀ ਮੇਰੇ ਨਾਲ ਸੀ ਤੇ ਮੈਂ ਇਹਨੂੰ ਨਹੀਂ ਦੇਖਦਾ ਸੀ। ਅਤੇ ਮੇਰੀ मोबाइल तो जो कॉल आए मेरे चाचा जी यही कॉल करते थे, बस वही मोबाइल देखता था और कुछ भी नहीं। एक बार किया अभी तो साहब बंद हो रहा है, अभी की करिए गुरु ग्रंथ महाराज, बस गुरु ग्रंथ साहिब जी महाराज ने पहुँच स्वरूप खुले ही निकल के पकड़े, ए गुरु महाराज अभी तो साड़ी सहायता कर, जो बच गया अभी तो बचा, आप बचा। इसी टाइम में फ़कत मैंने कौन कहे बोले सुने यार सत श्री अकाल बोला, जब भी जयकारा बोलाया सत श्री अकाल जी का आवाज़ आई तो इस तरह मैंने लगता सी जो शहीद होए सन ਇਹ ਸਾਰਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ। ਅਤੇ ਇੱਕ ਵਾਰ ਦੇ ਨਾਲ ਇਹ ਮੈਰੋ ਸ਼ੀਸ਼ੇ ਤਨ ਇਹ ਸ਼ੀਸ਼ੇ ਗਿਰ ਗਏ ਅਤੇ ਉਸੇ ਟਾਈਮ ਚਾਨਣ ਆ ਗਿਆ ਅੰਦਰ ਗੁਰਦੁਆਰੇ ਵਿੱਚ। ਚੌਥੀ ਚਮਤਕਾਰ ਇਹ ਸੀ, ਮੇਰੇ ਪਾਸ ਕੁਝ ਬੈਲੈਂਸ ਨਹੀਂ ਸੀ ਮੋਬਾਈਲ ਵਿੱਚ, ਇੱਕ ਅਟਾਨੀ ਵੀ ਮੇਰੀ ਮੋਬਾਈਲ ਵਿੱਚ ਨਹੀਂ ਸੀ। ਜਦ ਵੀ ਮੈਂ ਕਾਲ ਕਰਦਾ ਆਪਣੇ ਵੀਰਾਂ ਨੂੰ ਪੁੱਛਦਾ ਸੀ ਤੇ ਬੇਟੇ ਨੂੰ कहना है गुरु महाराज कृपा कर, मेरे को बैलेंस भी मेरी मोबाइल नहीं, मैं किसका हाल लवां। जब भी मैं अपने हथ रखता सी इत्थे आंजू डिगदी सन मोबाइल पर औखी होंदी सी। मेरे नाल सारी गल मोबाइल विच मेरे भूए दा पुत्तर ते मेरे बेटे ने इतने किया डैडी तुसीं ठीक हो, असीं तां सारे चले गए, तुहाडा भी पता लग्या कि शहीद हो गए। मैं बोला बेटा नहीं मैं ठीक हूँ, और साढ़े वीर किथे हैं? उन्होंने बोला किसी का पता नहीं, किसी का भी पता नहीं, मैं भी कंबल के नीचे बैठा तो मेरे थे फायरिंग हुई, मगर मैं बच गया, फायरिंग हुई मैनू पता नहीं कुछ था। ये व्यापार साढ़े नाल चमत्कार, 4 चमत्कार में आपे देखी गुरु महाराज से, तो सत नमस्कार फिर भी उसी का पाना मन के ही शुक्र है साढ़े गुरु महाराज साढ़े नाल सन ਅਤੇ ਸਾਡੀ ਹੋਰ ਸੰਗਤ ਦੀ ਵੀ ਰੱਖਿਆ ਉसी ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕੀਤੀ। ਇਹ ਚਮਤਕਾਰ ਮੈਂ ਅੱਖਾਂ ਨਾਲ ਵੇਖੀ। ਫਿਰ ਬਾਣਾ ਤੋਂ ਵਰਤਣਾ ਚਾਹੀਦਾ ਹੈ, ਮੈਨੂੰ ਬੇਟੀ ਮੇਰੀ ਕਦੇ ਨਹੀਂ ਭੁੱਲਦੀ, ਕਿਉਂਕਿ ਤਕਰੀਬਨ 10 ਦਿਨ ਘੱਟ ਉਹ ਸਾਲਗਿਰਾ ਹੁੰਦਾ ਸੀ ਅਤੇ ਇਹੀ ਕਹਿੰਦੀ ਸੀ ਡੈਡੀ ਜੀ ਮੇਰਾ ਸਾਲਗਿਰਾ ਹੈ, ਮੇਰੇ ਸਾਲਗਿਰੇ 'ਤੇ ਬੜਾ ਕੇਕ ਬਣਾਓ। ਅਤੇ ਉਹਨੂੰ ਕਿਹਾ ਬੇਟੀ ਤੁਹਾਨੂੰ ਕੀ ਚਾਹੀਦਾ ਹੈ? ਕਹਿੰਦੀ ਪਿਤਾ ਜੀ ਮੈਨੂੰ ਕੁਛ ਨਹੀਂ ਚਾਹੀਦਾ। ਮੈਂ ਜੋ ਗੁਰੂ ਮਹਾਰਾਜ ਦੇ ਦਰ 'ਤੇ ਜਾਂਦੀ ਸੀ, ਮੇਰੀ ਧਰਮ ਸੁਪਤਨੀ ਅਤੇ ਹੋਰ ਉਹਦੇ ਨਾਲ ਉਹਦੇ ਸਾਥੀਆਂ ਪੁਸ਼ਾਕ ਦੀ ਸੇਵਾ ਕਰਦੇ ਸਨ। ਗੁਰੂ ਮਹਾਰਾਜ ਦੀ ਪੁਸ਼ਾਕ ਦੀ ਸੇਵਾ, ਪੁਸ਼ਾਕੀ ਦੀ ਸੇਵਾ ਕਰਦੀ ਕਰਦੀ ਉਹ ਨਾਲ ਹੀ ਆਪਣੀ ਮੰਮੀ ਦੇ ਨਾਲ ਬੈਠੀ ਹੋਈ ਸੀ ਅਤੇ ਵਹੀ ਕਹਿੰਦੀ ਡੈਡੀ ਜੀ जो गुरु महाराज की पवन स्वरूप की जो पोशाक बनाई मेरे वसी भी उसी तरह एक कुर्ता मेरे वसी बनाओ। बोला बेटा उस तरह तो नहीं होंगे, क्योंकि गुरु महाराज का पवन स्वरूप की पोशाक मैं तेरे वसी और जे कुछ तू मंगती मैं ला। मेरा डैडी जी ने बोला बेटा मैं की लाऊँ तेरे से? बोला पापा जी जो लिया लो, ये मनो कदे ना भुल सी, क्योंकि साड़ी सारी संगत उत्थे जो थी, सारी सेवादार, इस कोई भी इस तरह का नहीं कि कोई सेवा ना की। तो गुरु महाराज दर से सारे ने सेवा की, मगर अफसोस जो इस जालम ने बड़ा जालिम हाना था। और गुरु महाराज के दर से आके बूटा के नाल उस तो बाद जो होर गवर्नमेंट के बंदे भी आए और होर साढ़े सिख वीर भी, वो भी क्यों चारा नहीं सी, शीशे सारे गिरे होए सन, एक बूटा के नाल जुत्तियां के नाल अंदर आके ਅਤੇ साढ़े सिख ने होर जो चमत्कार होते वरती कोई मुसलमान ਉਹਦੇ ਨਾਲ बंदूकी भी सी, उसने इतनी जरूरत नहीं की कि अंदर आके एक बार देखे कौन है। वो सिख साड़ा सतनाम सिंह के नाम से उसने सत श्री अकाल का जयकारा बुला के अंदर आके गुरु ग्रंथ ਸਾਹਿਬ जी महाराज जो उत्थे सुशोभत सन ते ਉਹਨੂੰ जल्दी लपेट के रुमाला विच अते सुखासन करके उन्होंने रख दिता। तो उस मुसलमान को कहना मैं तेरे नाल हाँ, चल मैनू गोली नहीं लगती, मैं तेरे नाल जाना, मैनू इतना दस कि साढ़े सिख होर किथे हैं। ये गुरु महाराज की कृपा हुई, गुरु ग्रंथ ਸਾਹਿਬ जी महाराज की बड़ी बड़ी मेहर हुई। उस सरदार जी को इतना हौसला बख्शिया गुरु ग्रंथ ਸਾਹਿਬ जी महाराज ने, वाकई ही गुरु ग्रंथ ਸਾਹਿਬ जी महाराज की सेवा करके उन्होंने रुमाल विच लपेट के सुखासन करके ही मंजी साहब रख के और सिखा क्या आओ जो जो बच्चे हैं आओ मैं उन्होंने कढ़दा। तो स्कूल विचों
ਉਸੀ ਸਿੱਖ ਨੇ ਬੰਦਿਆਂ ਨੂੰ ਕੱਢਿਆ, ਜੋ ਸਾਡੇ ਭਾਈ ਸਤਨਾਮ ਸਿੰਘ ਨੇ। ਉਸੀ ਸਕੂਲ ਵਿੱਚ ਜੋ ਸਾਡੇ ਬੰਦੇ ਸਨ ਤੀਜੀ ਮੰਜ਼ਲ 'ਤੇ, ਉਸੀ ਸਾਡੇ ਬੱਚਿਆਂ ਨੂੰ ਉਹੀ ਉਹਨਾਂ ਨੇ ਨਿਕਾਲ ਕੇ, ਅਤੇ ਹੋਰ ਜੋ ਸਾਡਾ ਪਹਿਲਾ ਜੋ ਲਾਂਗਰੀ ਸੇਵਾਦਾਰ ਅੰਦਰ ਆਇਆ ਸੀ ਸਰਦਾਰ ਭਜਨ ਸਿੰਘ, ਅਤੇ ਉਹ ਭਜਨ ਸਿੰਘ ਨੂੰ ਵੀ ਕਿਹਾ ਕੜਾਹ ਪ੍ਰਸ਼ਾਦ ਜਿੱਥੇ ਬਣਦਾ ਸੀ ਉੱਥੇ ਉਹਨਾਂ ਨੇ ਕਿਹਾ ਆਪ ਨੂੰ ਸੱਟ ਲੈਣ, ਮੈਂ ਤੈਨੂੰ ਬਚਾਉਂਦਾ, ਅਤੇ ਉਹਨੂੰ ਸੱਟ ਕੇ ਬਚਾ ਕੇ ਲਿਆ। ਇਹ ਚਮਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੀ ਕਿ ਅਸੀਂ ਆਪਣੇ ਅੱਖਾਂ ਦੇ ਨਾਲ ਵੇਖਿਆ, ਅਤੇ ਵੇਖ ਕੇ ਹੀ अब तो मेरे को तो अभी मैं कहता हूँ मेरी जो मेरे गुरु ग्रंथ साहिब जी महाराज थे, जो इस जालम ने इतनी जुल्म साढ़े नाल किया, गुरु महाराज उन्होंने सजा तो देगा। जिस दे बतौर ये होया है, जिस कंट्री दे बतौर ये होया है, उस वही जजा अपनी गुरु महाराज उन्होंने देगा। ਭਾਈ ਹਰਿੰਦਰ ਸਿੰਘ ਜਦੋਂ ਆਪਣੇ ਜਜ਼ਬਾਤ ਦੱਸ ਰਹੇ ਸਨ, ਜਿਹੜਾ ਹਾਲ ਦੱਸ ਰਹੇ ਸਨ, ਤਾਂ ਮੈਨੂੰ ਐਂ ਲੱਗਦਾ ਇਹ ਕੋਈ ਇੰਟਰਵਿਊ ਨਹੀਂ ਗਈ, ਇਹ ਤਾਂ ਇੱਕ ਸਿੱਖ ਦਾ ਦਰਦ ਦੂਜਾ ਸਿੱਖ ਸੁਣ ਰਿਹਾ। ਜਦੋਂ ਅਸੀਂ ਰਾਜ ਭਾਗ ਤੋਂ ਵਿਰਵੇ ਹੁੰਦੇ ਹਾਂ ਤੇ ਇਹ ਕੁਛ ਵਾਪਰਦਾ। ਕੋਈ ਸਮਾਂ ਸੀ ਸਿੱਖਾਂ ਦਾ ਰਾਜ ਸੀ, ਸਿੱਖ ਬੜੀ ਸ਼ਾਨ ਦੇ ਨਾਲ ਰਹਿੰਦੇ ਸਨ, ਪਰ ਇਹ ਜੋ ਕੁਛ ਵਾਪਰ ਰਿਹਾ, ਪਤਾ ਨਹੀਂ ਇਸ ਗੱਲ ਦੇ ਪਿੱਛੇ ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੋਣਗੀਆਂ, ਪਰ ਅਕਾਲ ਪੁਰਖ ਉਹਨਾਂ ਨੂੰ ਜ਼ਰੂਰ ਸਜ਼ਾ ਦੇਵੇ। ਜਦੋਂ ਗੁਰੂ ਸਾਹਿਬ ਦੀ ਗੱਲ ਚੱਲਦੀ ਆ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਬਾਰੇ ਅਣਗਿਣਤ ਲਫ਼ਜ਼ ਕਹੇ, ਚਾਹੀਦਾ ਵੀ ਇੰਝ ਹੀ ਆ। ਅਤੇ ਮੈਂ ਸੋਚਦਾ ਕਿ ਜਿਵੇਂ ਸਵਾਲ ਹੀ ਮੁੱਕ ਜਾਂਦੇ ਆ, ਜਦੋਂ ਗੁਰੂ ਦੀ ਗੱਲ ਆਉਂਦੀ ਆ ਨਾ, ਉਦੋਂ ਫਿਰ ਸਵਾਲ ਖਤਮ ਹੋ ਜਾਂਦੇ ਆ। ਮੈਂ ਫਿਰ ਵੀ ਕੋਸ਼ਿਸ਼ ਕਰਦਾ ਕਿ ਹੋਰ ਕੁਛ ਗੱਲਾਂ ਅਫਗਾਨਿਸਤਾਨ ਦੇ ਸਿੱਖਾਂ ਬਾਰੇ ਕਰਾਂ। ਮੈਂ ਦੋਹਰੇ ਦੱਸ ਦਿਆਂ ਕਿ ਇਹ ਗੱਲਬਾਤ ਮੈਂ ਭਾਈ ਹਰਿੰਦਰ ਸਿੰਘ ਉਹਨਾਂ ਨਾਲ ਕਰ ਰਿਹਾ। ਇਹ ਭਾਈ ਹਰਿੰਦਰ ਸਿੰਘ ਇਸ ਵੇਲੇ ਦਿੱਲੀ 'ਚ ਰਹਿ ਰਹੇ ਆ, ਅਫਗਾਨਿਸਤਾਨ ਤੋਂ ਉੱਜੜ ਕੇ ਆਏ ਹੋਏ ਆ। ਉੱਜੜਨਾ ਲਫ਼ਜ਼ ਜਿਹੜਾ ਇਹ ਬੜਾ ਔਖਾ ਹੁੰਦਾ ਕਹਿਣਾ ਵੀ, ਵਾਕਈ ਉੱਜੜ ਕੇ ਆਏ ਆ। ਇਹਨਾਂ ਦੇ ਪਰਿਵਾਰ ਦੇ ਜੀਅ ਜਿਹੜੇ ਆ ਉੱਥੇ ਸ਼ਹੀਦ ਕਰ ਦਿੱਤੇ ਗਏ। 7 ਜੀਅ 1 ਸਾਲ ਪਹਿਲਾਂ 25 ਮਾਰਚ 2020 ਨੂੰ ਕਾਬਲ ਦੀ ਰਾਜਧਾਨੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ। ਕੋਈ ਸਮਾਂ ਸੀ ਗੁਰੂ ਹਰਿਰਾਏ ਸਾਹਿਬ ਜੀ ਨੇ, 7ਵੇਂ ਪਾਤਸ਼ਾਹ ਜੀ ਨੇ ਆਪਣੇ ਸਿੱਖ ਭਾਈ ਗੋਂਦਾ ਜੀ ਨੂੰ ਅਫਗਾਨਿਸਤਾਨ ਦੇ ਵਿੱਚ ਸਿੱਖ ਪ੍ਰਚਾਰ ਦੇ ਲਈ ਭੇਜਿਆ ਸੀ, ਅਤੇ ਉਹਨਾਂ ਦੀ ਯਾਦ ਵਿੱਚ 7ਵੇਂ ਪਾਤਸ਼ਾਹ ਦੇ ਨਾਮ ਦੇ ਉੱਤੇ ਇਹ ਇਤਿਹਾਸਕ ਗੁਰਦੁਆਰਾ ਭਾਈ ਗੋਂਦਾ ਜੀ ਦੀ ਯਾਦ ਅਤੇ 7ਵੇਂ ਪਾਤਸ਼ਾਹ ਦੀ ਮਿੱਠੀ ਯਾਦ ਵਿੱਚ ਉੱਥੇ ਸੁਸ਼ੋਭਿਤ ਆ। ਹੋਰ ਵੀ ਕਈ ਗੁਰਦੁਆਰਾ ਸਾਹਿਬ ਨੇ। ਸੋ ਬਹੁਤਾਤ ਵਿੱਚ ਜਿਹੜੇ ਸਿੱਖ ਨੇ ਅਫਗਾਨਿਸਤਾਨ ਨੂੰ ਛੱਡ ਕੇ ਅਤੇ ਭਾਰਤ ਜਾਂ ਹੋਰਾਂ ਮੁਲਕਾਂ 'ਚ ਆ ਚੁੱਕੇ ਆ। ਅਤੇ ਇੱਕ ਦਰਦੇ ਹਾਲ ਸੁਣਨਾ, ਤੁਹਾਡੇ ਤੱਕ ਦੱਸਣਾ, ਇਹ ਕੋਈ ਸੌਖਾ ਨਹੀਂ। ਇਹ ਬੜੇ ਔਖੇ ਦੌਰ 'ਚੋਂ ਅੱਜ ਵੀ ਲੰਘ ਰਹੇ ਬੰਦੇ ਦੇ ਦਿਲ 'ਤੇ ਕੀ ਬੀਤਦਾ, ਜਿਨ੍ਹਾਂ ਦੇ ਜੀਅ ਇੰਨੇ ਸ਼ਹੀਦ ਹੋਏ ਹੋਣ, 7 ਜੀਅ ਸ਼ਹੀਦ ਹੋਏ ਹੋਣ। ਫਿਰ ਜਿਹੜੇ ਹੋਰ ਵੀ ਬਾਕੀ ਜਿਹੜੇ ਸ਼ਹੀਦ ਹੋਏ, ਟੋਟਲ ਜਿਹੜੇ 25 ਸਿੱਖਾਂ ਦੀ ਗੱਲ ਹੋਵੇ ਤਾਂ ਤਕਰੀਬਨ ਇਹਨਾਂ ਦੇ ਰਿਸ਼ਤੇਦਾਰ ਹੀ ਸਨ ਉੱਥੇ, ਕਿਉਂਕਿ ਜਦੋਂ ਇੱਕ ਮਾਈਕਰੋ ਮਿਨੋਰਟੀ ਇੱਕ ਮੁਲਕ 'ਚ ਰਹਿ ਰਹੀ ਹੈ ਜਿੱਥੇ ਇੰਨਾ ਜ਼ਬਰ ਚੱਲ ਰਿਹਾ ਹੋਵੇ, ਤਾਂ ਉੱਥੇ ਫਿਰ ਤਕਰੀਬਨ ਉਹ ਸਾਰੀਆਂ ਸਾਂਝਾਂ ਵਾਲੇ ਬੰਦੇ ਹੁੰਦੇ ਆ, ਕੋਈ ਵੀ ਬੇਪਛਾਣਾ ਨਹੀਂ ਹੁੰਦਾ। ਤਕਰੀਬਨ 80 ਬੰਦੇ ਉਸ ਦਿਨ ਸੰਗਤ ਦੇ ਵਿੱਚ ਸਨ ਹਾਜ਼ਰ। ਇਹਨਾਂ ਨੇ ਦੱਸਿਆ ਕਿ 7ਵੀਂ 'ਤੇ ਹਮਲਾ ਸ਼ੁਰੂ ਹੋਇਆ, ਤਾਂ ਜਿਹੜਾ ਸਰਕਾਰ ਦਾ ਕੀ ਤੌਰ ਤਰੀਕਾ ਸੀ ਉਹ ਵੀ ਪੁੱਛਦੇ ਆ ਕਿ ਕਿੰਨੇ ਕੁ ਵਜੇ ਮਦਦ ਲਈ ਕੌਣ ਆਇਆ। ਇਹਨਾਂ ਨੇ ਜ਼ਿਕਰ ਕੀਤਾ ਭਾਈ ਸਤਨਾਮ ਸਿੰਘ, ਬੜੇ ਇਹੋ ਜਿਹੇ ਬੰਦੇ ਸਿੱਖ ਕੌਮ ਦੇ ਹੀਰੇ ਆ ਜਿਹੜੇ ਆਪਣੇ ਭਰਾਵਾਂ ਦੀ ਮਦਦ ਦੇ ਵਿੱਚ ਇਹੋ ਜਿਹੇ ਦੌਰ ਦੇ ਵਿੱਚ ਪਹੁੰਚਦੇ ਆ। ਲਹੂ ਆ ਨਾ, ਸੋ ਇਸੇ ਲਹੂ ਦੇ ਤੌਰ 'ਤੇ ਮੈਂ ਇਹਨਾਂ ਨਾਲ ਗੱਲਬਾਤ ਕਰਨ ਆਇਆ। ਬੇਸ਼ੱਕ ਪੱਤਰਕਾਰੀ ਪੇਸ਼ਾ ਹੁੰਦਾ, ਪਰ ਇਹ ਚੀਜ਼ਾਂ, ਮੈਂ ਆਪਣੀ ਗੱਲ ਕਰਾਂ, ਪਰ ਇਹ ਚੀਜ਼ਾਂ ਇਸ ਚੀਜ਼ ਤੋਂ ਬਾਹਰੀਆਂ ਨੇ। ਆਪਣੀ ਕੌਮ ਦੀ ਗੱਲ ਕਰਨੀ, ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਆਪੋ ਆਪਣੇ ਸਾਧਨਾਂ ਰਾਹੀਂ ਆਪਣੇ ਭਰਾਵਾਂ ਦਾ ਦੁੱਖ ਵੰਡਾਈਏ। ਸੋ ਤੁਸੀਂ ਗੱਲਬਾਤ ਕਰ ਰਹੇ ਹੋ ਅਤੇ ਸੁਣ ਰਹੇ ਹੋ, ਅਤੇ ਮੈਂ ਇੱਥੇ ਗੱਲ ਕਰ ਰਿਹਾ ਜਿਹੜੀ ਭਾਈ ਹਰਿੰਦਰ ਸਿੰਘ ਹੋਣਾ ਨਾਲ। ਮੈਂ ਵਾਰ-ਵਾਰ ਤੁਹਾਨੂੰ ਇਸ ਗੱਲ ਦੀ ਅਪੀਲ ਕਰੂੰਗਾ ਕਿ ਇਹ ਜਿਹੜੇ ਅਫਗਾਨਿਸਤਾਨ ਦੇ ਸਿੱਖ ਨੇ, ਕੁਝ ਹੱਦ ਤੱਕ ਸਿੱਖਾਂ ਨੇ ਮਦਦ ਕੀਤੀ ਆ, ਪਰ ਜੇ ਤੁਸੀਂ ਆਪਣੇ ਪੱਧਰ 'ਤੇ ਵੀ ਕਰ ਸਕਦੇ ਹੋ ਤਾਂ ਇਹਨਾਂ ਦਾ ਹਾਲ ਚਾਲ ਜ਼ਰੂਰ ਪੁੱਛੋ। ਖਾਸ ਤੌਰ 'ਤੇ ਇਹੀ ਹੁੰਦਾ ਕਿ ਜਿਹੜੇ ਬੰਦੇ ਵੈਸਟ 'ਚ ਰਹਿ ਰਹੇ ਜਾਂ ਹੋਰ ਮੁਲਕਾਂ 'ਚ ਰਹਿ ਰਹੇ, ਜਦੋਂ ਕਿਤੇ ਪੰਜਾਬ ਆਓ, ਤੁਸੀਂ ਦਿੱਲੀ ਪਹੁੰਚੋ, ਤਾਂ ਇਹਨਾਂ ਸਿੱਖਾਂ ਨੂੰ ਜ਼ਰੂਰ ਮਿਲ ਕੇ ਜਾਇਆ ਕਰੋ। ਇਕੱਲੇ ਸਿੱਖ ਨੂੰ, ਜੇ ਬਹੁਤਿਆਂ ਨੂੰ ਨਹੀਂ ਮਿਲ ਸਕਦੇ, ਕੁਝ ਸਿੱਖਾਂ ਨੂੰ ਜ਼ਰੂਰ ਮਿਲਣਾ ਚਾਹੀਦਾ, ਉਹਨਾਂ ਦਾ ਹਾਲ ਪੁੱਛੀਏ। ਸੋ ਇਸ ਤਰ੍ਹਾਂ ਇੱਕ ਤਾਂ ਰਾਬਤਾ ਬਣਿਆ ਰਹਿੰਦਾ, ਅਤੇ ਇਹਨਾਂ ਨੂੰ ਵੀ ਲੱਗਦਾ ਕਿ ਕਿਸੇ ਨੇ ਸਾਡੇ ਜ਼ਖਮ 'ਤੇ ਮਲਮ ਤਾਂ ਲਾਈ ਆ, ਸੋ ਸਿੱਖਾਂ ਨੇ ਲਾਉਣੀ ਆ। ਸੋ ਮੈਂ ਉਸ ਸਵਾਲ ਦੇ ਦੁਹਰਾਅ ਵਿੱਚ ਆਵਾਂ ਕਿ 7ਵੀਂ 'ਤੇ ਹਮਲਾ ਹੁੰਦਾ, ਅਤੇ ਉੱਥੇ ਅਫਗਾਨਿਸਤਾਨ ਦੀ ਸਰਕਾਰ ਦਾ ਜਿਹੜਾ ਰੋਲ ਸੀ,
ਤੁਰੰਤ ਕਿੰਨੇ ਕੁ ਵਜੇ ਤੁਹਾਡੀ ਮਦਦ ਲਈ ਪਹੁੰਚੇ ਉੱਥੇ? 7ਵੀਂ ਤੇ ਸਾਡੇ 'ਤੇ ਹਮਲਾ ਹੋਇਆ ਅਤੇ ਉਸੀ ਟਾਈਮ ਜਦਣੀ ਸਿੰਘਾਂ ਨੇ ਕਿਹਾ ਤੇ ਕਿ ਸਾਡੇ 'ਤੇ ਹਮਲਾ ਹੋਇਆ, ਚੋਰ ਆਏ ਨੇ, ਉਸੀ ਟਾਈਮ ਮੇਰੇ ਕੋਲ ਜੋ ਸਾਡੇ ਨਾਲ ਉੱਥੇ ਪੋਸਟਾ ਸੀ ਬੋਲਦੇ ਹਾਂ, ਜੋ ਪੁਲਿਸ ਉੱਥੇ ਖੜੀ ਹੁੰਦੀ ਹੈ, उसी पोस्ट से मैन दा जो गेट बंदा असली बंदा है ਉਹਦੇ ਲਈ मैंने खुद ਕਾਲ ਕੀਤੀ किया कि ਸਾਡੇ 'ਤੇ ਇਸ ਤਰ੍ਹਾਂ ਹਮਲਾ ਹੋਇਆ ਹੈ ਅਤੇ ਆਪ ਨੂੰ ਜਲਦੀ ਪਹੁੰਚਾਓ। ਉਹਨਾਂ ਨੇ ਕਿਹਾ ਸਰਦਾਰ ਜੀ ਤੁਸੀਂ ਇੱਥੇ ਬੈਠੋ, ਅਸੀਂ ਆਉਂਦੇ ਹਾਂ। ਉਸ ਤੋਂ ਉਪਰੰਤ ਬਸ ਇੱਕ ਸੈਕਿੰਡ ਬਾਅਦ ਕਿਸੇ ਕੋਲ ਵੀ ਜੋ ਕਿ ਕਿਸੇ ਕੋਲ ਸਾਡੇ ਉੱਥੇ ਦੇ ਬੰਦੇ ਸਨ, ਸਾਰਿਆਂ ਦੇ ਨਾਲ ਹਰ ਇੱਕ ਦਾ ਬੰਦੇ ਦਾ ਉੱਥੇ ਜੋ ਵੱਡਾ ਬੰਦਾ ਸੀ ਉਹੀ ਪੁਲਿਸ ਸਨ, ਉਹਨਾਂ ਕੋਲ ਉਹਨਾਂ ਦੇ ਨੰਬਰ ਸੀ ਅਤੇ ਹਰ ਕਿਸੇ ਵਾਸਤੇ ਜੋ ਕਾਲ ਕਰਦੇ ਸੀ ਉਹ ਕਹਿੰਦੇ ਸਰਦਾਰ ਜੀ ਮੇਰੇ ਕੋਲ ਤਾਂ ਟਾਈਮ ਵੀ ਨਹੀਂ ਸਾਡੇ ਕੋਲ, ਇੱਕ ਅਤੇ ਦੂਸਰਾ ਇੱਥੇ ਰਸਤਾ ਨਹੀਂ, ਅਸੀਂ ਕਿਸ ਤਰ੍ਹਾਂ ਨਹੀਂ ਆਏ ਹਾਂ, ਤੁਸੀਂ ਉੱਥੇ ਜਿੱਥੇ ਹੋ ਉੱਥੇ ਹੀ ਰਹੋ। ਅਤੇ ਸਾਡੇ MP ਸਾਹਿਬ ਸਰਦਾਰ ਨਰਿੰਦਰ ਸਿੰਘ ਖਾਲਸਾ, ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਅਤੇ ਬੀਬੀ ਅਨਾਰਕਲੀ ਡਾਕਟਰ ਉਹਨਾਂ ਦੇ ਨਾਲ ਗੱਲ ਹੋਈ। ਉਹਨਾਂ ਨੇ ਵੀ ਕਿਹਾ ਅਸੀਂ ਆਏ ਹਾਂ ਮਗਮ ਸਾਨੂੰ ਛੋੜਦੇ ਨਹੀਂ ਅੰਦਰ। ਕਿਸ ਨੇ ਰੋਕਿਆ? ਉਹਨਾਂ ਨੂੰ ਗਵਰਨਮੈਂਟ ਨੇ ਰੋਕਿਆ। ਇਸ ਤੋਂ ਰੋਕਿਆ ਕਿਉਂਕਿ ਅੰਦਰ ਅਗਰ ਤੁਸੀਂ ਜਾਓ ਤੁਹਾਨੂੰ ਵੀ ਮਾਰੇਗਾ। ਉਹਦੀ ਖਾਤਰ ਉਹਨਾਂ ਦਾ ਇਹ ਫਿਕਰ ਸੀ ਕਿ ਜ਼ਿਆਦਾ ਬੰਦੇ ਨੇ ਅੰਦਰ, ਜ਼ਿਆਦਾ ਬੰਦੇ ਵੜੇ ਹੋਏ ਨੇ, ਕਿਉਂਕਿ ਇਹ ਜ਼ਾਲਮ ਨੇ ਜੋ ਅੰਦਰ ਆਇਆ ਸੀ ਗੇਟ ਵਿੱਚ ਅਤੇ ਗੇਟ ਨੂੰ ਫਿਰ ਤਾਲਾ ਲਗਾਇਆ ਸੀ ਅੰਦਰੋਂ, ਬਾਹਰੋਂ ਮਦਦ ਨਾ ਆ ਸਕੇ। ਅਤੇ ਖੈਰ ਜੋ ਇੱਧਰ ਹਮਸਾਏ ਸਨ ਸਾਡੇ, ਉਹਨਾਂ ਨੇ ਵੀ ਬਸ ਆਪਣੇ ਘਰ ਸਾਰੇ ਖਾਲੀ ਕਰ ਦਿੱਤੇ ਅਤੇ ਚਲੇ ਗਏ ਇੱਥੋਂ, ਕਿਉਂਕਿ ਕਈ ਵਾਰ ਐਸਾ ਹੋਇਆ ਹੈ ਜਿੱਧਰ ਵੀ ਹਮਲੇ ਇੰਤਿਹਾਰੀ ਬੋਲਦੇ ਨੇ ਅੰਦਰ, ਜਿੱਧਰ ਵੀ ਹਮਲਾ ਹੁੰਦਾ ਹੈ ਉੱਥੇ ਆਪ ਨੂੰ ਵਿਲਾਸ ਕਰ ਦਿੰਦੇ ਨੇ। ਉੱਥੇ ਆਪਣੇ ਵਿਲਾਸ ਦੇ ਨਾਲ ਤਕਰੀਬਨ ਜੋ ਗੈਰ ਦੀ ਮਕਾਨਾਂ ਉਹ ਵੀ ਗਿਰ ਜਾਂਦੇ ਨੇ। ਫਿਦਾਈ ਹਮਲਾ, ਉਹਦੀ ਖਾਤਰ ਉਹਨਾਂ ਨੇ ਵੀ ਕਿਸੇ ਨੇ ਕੁਛ ਨਹੀਂ ਕਿਹਾ ਸੀ। ਅਤੇ ਦੂਸਰੀ ਮੇਨ ਗੱਲ ਜੋ ਮੇਰਾ भाई वो भी उधर काम कर रहे थे, गवर्नमेंट में काम कर रहे होते। उन्होंने ख़ास जो बोलते रहे उन्होंने वास्ते कॉल की थी, उन्होंने अपने दफ्तर से किया कि साढ़े वास्ते कोई नहीं आया, ना हाउस चों आए ने अते ना होर जगह चों, तुसी इतना मदद साड़ी करो कि एक बार आ जाओ कि साढ़े सारे बंदे नूं शहीद कर दिता गया। तो गुरुद्वारे के अंदर गेट विच अंदर आन हाले भी हैं तो साढ़े नाल लड़ाई कर रहे हैं, साढ़े बंदे नूं मार रहे हैं, तुसी इतना करो कि किसी बंदे नूं भेज के आओ। ताही तकरीबन 12:30 वजे 12:30 लगभग 1 ਵਜੇ ਸੀ ਉਸ ਟਾਈਮ, ਕਿਉਂਕਿ ਮੈਂ ਤਾਂ ਗਿਰਾ ਥਾ ਅਤੇ ਮੈਨੂੰ ਪਤਾ ਨਹੀਂ ਬੇਹੋਸ਼। ਉਸ ਤੋਂ ਬਾਅਦ ਜੋ ਸਾਡੇ ਸ਼ਹੀਦ ਵੀਰ ਸਨ ਉਹਨਾਂ ਨੂੰ ਨਿਕਾਲਿਆ ਗਿਆ। ਮੇਰੀ ਮੰਮੀ ਉਹ ਵੀ ਜ਼ਖਮੀ ਥੀ, ਉਹਨਾਂ ਨੂੰ ਵੀ ਨਿਕਾਲਿਆ ਗਿਆ। ਆਖਰੀ ਬੰਦਾ ਮੈਂ ਸੀ। जब भी देखा तो एक आके उसी तरह की वर्दी उन्होंने भी पहनी थी। तो मैंने वेख्या सत श्री अकाल का जयकारा उच्चार है। जब भी सत श्री अकाल के तो मेरे पास एक शीशी थी बड़ी उधर ही, वो शीशी लैके इन्हें मुँह ते मारे दी, जालम होना आया तू तो बोलते मैं तुम्हारी मदद ली आया हूँ। मदद ली तो अभी आया, सारे नू मार देता, हुण तू साड़ी मदद करने आया। कहने सरदार जी अभी जे कुछ तू करना है कर लै, असी तुहानू निकालने इत्थों फिर गल करांगे। जब भी बाहर निकलिया उस टाइम भी वही उत्थे था। मैं अपनी बेटी नू जो मेरी धर्म सुपत्नी दे मोड़े ते थी ऐसी गिरी थी, मैंने सीधा कर दिता अते चुनी उहदी सिर ते रखी अते गया। औरां नू वेख्या सारे ही पड़े थे, इतनी जरूरत और भी नहीं, पैर भी नहीं चल रहे थे। तो डैडी जी ने ग्रंथी साहब ने देखा मंजी साहब के कोल ही पे सन, पगड़ी थोड़ी उची सी, ताई पगड़ी उन्हें जी बनाता था। फिर इन्हें फायरिंग कर ली अते मैंने कहा सरदार जी अभी जाओ कि ये मार रहे थे, ਤੁਹਾਨੂੰ ਨਾ ਲੱਗੇ, ਅਸੀਂ ਇਹਨਾਂ ਤੋਂ ਖ਼ਤਮ ਕਰ ਦਿਆਂਗੇ। ਮਗਮ ਸ਼ਹੀਦ ਹੋਏ ਪਿਤਾ ਦੀ ਦਸਤਾਰ ਸਜਾ ਰਹੇ ਸੀ, ਸਵਾਰ ਰਹੇ ਸੀ। ਵੇਖਿਆ ਜੀ, ਹਾਂ ਆਪਣੇ ਪਿਤਾ ਦੀ ਅਤੇ ਆਪਣੀ ਧਰਮ ਸੁਪਤਨੀ ਨੇ ਦੇਖਿਆ ਅਤੇ ਉਹ ਉਹਨੇ ਸ਼ਹੀਦ ਹੋਏ ਸਨ ਉਸ ਟਾਈਮ। ਜੀ ਉਹਨਾਂ ਦੀ ਪਗੜੀ ਨੂੰ ਚੂਮਿਆ, ਜੱਬੀ ਸਿਰਪਾ ਥੋੜ੍ਹਾ ਜਿਹਾ ਉੱਪਰ ਸੀ, ਸਿਰਪਾ ਨੂੰ ਸਿੱਧਾ ਕਰਕੇ ਪਗੜੀ ਨੂੰ, ਅਤੇ ਜੋ ਹੱਥ ਉਹਨਾਂ ਦਾ ਇਸੇ ਤਰ੍ਹਾਂ ਦਾ ਬੰਦ ਸੀ, ਹੱਥ ਨੂੰ ਵੇਖਿਆ ਅਤੇ ਚੁੰਮ ਕੇ ਚਲਾ ਗਿਆ। ਕਿਉਂਕਿ ਸਾਡੀ ਮੇਨ ਗੱਲ ਇੱਥੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੌਣ ਬਾਟੇ ਦੀ ਸ਼ਕਤੀ, ਜੋ ਸਾਡੇ ਉੱਥੇ ਬੰਦੇ ਸਾਰਿਆਂ ਨੇ ਅੰਮ੍ਰਿਤ ਪਾਨ ਕੀਤਾ ਸੀ। ਕਿਉਂਕਿ ਸਾਡੇ ਬੜੇ ਬੰਦੇ ਕਹਿੰਦੇ ਨੇ ਕਿ ਜੋ ਗੁਰੂ ਮਹਾਰਾਜ ਦਾ ਅੰਮ੍ਰਿਤ ਪਾਨ ਕੀਤਾ ਹੋਵੇ, ਅੰਮ੍ਰਿਤ ਪਾਨ ਦੀ ਬੜੀ ਸ਼ਕਤੀ ਹੈ। ਇਹ ਮੈਨੇ ਖੁਦ ਵੇਖਿਆ। ਉਹਨੂੰ ਸ਼ੇਰ ਜੋ ਸਿੰਘ ਸ਼ੇਰ ਕਿਹਾ ਹੈ, ਸ਼ੇਰ ਹੈ। ਕਿਉਂਕਿ जो कड़ाह प्रसाद मूँह च पा के ते बोले सुनियार सत श्री अकाल का जयकारा उन्होंने बुलाया। ये तो शक्ति गुरु महाराज की। क्योंकि किसी को
4 ਬੰਦੇ ਜੋ ਅੰਦਰ ਗੇਟ ਵਿੱਚ ਵੜ ਜਾਣ ਤੇ ਉਹਨਾਂ ਦੇ ਕੋਲ ਬੰਦੂਕ ਹੋਵੇ, ਸਾਡੇ ਕੋਲ ਕੁਛ ਨਾ ਹੋ, ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਵੇਂ ਕਿਹਾ, ਕਾਬਲ ਕੀ ਸੰਗਤ ਕੋ ਗੁਰੂ ਰੱਖੇਗਾ, ਬੇਸ਼ੱਕ ਉਹਨਾਂ ਨੇ ਰੱਖਿਆ, ਸਾਡੀ ਕੀਤੀ ਹੈ। ਮਗਮ ਉਹ ਪਾਣਾ ਜੋ ਵਰਤਿਆ, ਜੋ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਅਤੇ ਉਹੀ ਉਹਨਾਂ ਦੇ ਨਸੀਬ ਵਿੱਚ ਸੀ। ਇਹ ਅਟਲ ਸੀ, ਇਹਨੂੰ ਕੋਈ ਰੋਕ ਨਹੀਂ ਸਕਦਾ। ਚਲੋ, ਅਤੇ ਦੂਸਰਾ 1 ਵਜੇ ਦੇ ਟਾਈਮ ਇਹ ਗੌਰਮੈਂਟ ਆਈ ਹੈਲਪ ਲਈ ਅਤੇ ਸਾਰਿਆਂ ਨੂੰ ਕੱਢ ਕੇ ਨਿਕਾਲ ਕੇ, ਅਤੇ ਐਂਬੂਲੈਂਸ ਜੋ ਗੁਰਦੁਆਰੇ ਸੇ ਤਕਰੀਬਨ, ਕਿਉਂ ਉਸ ਟਾਈਮ ਮੇਰੇ ਹਾਲਾਤ ਵੀ ਠੀਕ ਨਹੀਂ ਸੀ, ਬਹੁਤ ਜ਼ਿਆਦਾ ਪੈਦਲ ਅਸੀਂ ਚਲੇ ਗਏ। ਜੋ ਸਾਡੇ ਜ਼ਖਮੀ ਵੀ ਸਨ ਉਹਨਾਂ ਨੇ ਵੀ ਪੈਦਲ ਚਲੇ, ਬਹੁਤ ਹੀ ਜ਼ਿਆਦਾ ਰਸਤਾ ਟੁਰ ਕੇ, ਅਤੇ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਇਆ। ਅਤੇ ਸਾਡੀ ਸੰਗਤ ਨੂੰ ਕਿਸੇ ਨੇ ਵੀ ਅੰਦਰ ਨਹੀਂ ਛੋੜ ਰਹੇ ਸਨ, ਸਿੱਖਾਂ ਨੂੰ ਹਾਲੇ, ਕਿਉਂਕਿ ਸ਼ਾਇਦ ਕਿਸੇ ਹੋਰ ਨੇ ਵੀ ਹਮਲਾ ਨਾ ਕਰਨਾ ਹੋ, ਇਹਦੀ ਖਾਤਰ। ਫਿਰ 2 ਦਿਨ ਬਾਅਦ, 1 ਦਿਨ ਬਾਅਦ, ਜੋ ਹਸਪਤਾਲ ਵਿੱਚ ਸਨ ਸਾਰੇ ਸ਼ਹੀਦ, ਉਹਨਾਂ ਦੀ ਡੈਡ ਬਾਡੀ ਨੂੰ, ਉਹਦੀ ਸ਼ਹੀਦਾਂ ਨੂੰ, ਉਹ ਤੋਂ ਤਾਬੂਤ ਅਸੀਂ ਬੋਲਦੇ ਹਾਂ, ਤਾਬੂਤ ਵਿੱਚ ਪਾ ਕੇ ਤੇ ਉਹਨਾਂ ਨੂੰ ਪੈਕ, ਅਤੇ ਫਿਰ ਉਸ ਤੋਂ ਬਾਅਦ ਵੀ ਸਾਡੇ ਨਾਲ ਜੋ ਵਾਪਰਿਆ, ਸੰਸਕਾਰ ਲਈ, ਸੰਸਕਾਰ ਲੈਣ ਜਗ੍ਹਾ ਲੈਣ ਜਾਣਾਂਗੇ ਸ਼ਮਸ਼ਾਨ ਵੱਲ, ਉੱਥੇ ਵੀ ਸਾਡੇ ਨਾਲ ਇੱਕ ਬਾਮੋਦਰ ਵੀ ਰੱਖਿਆ ਸੀ ਰਸਤੇ ਵਿੱਚ, ਜੋ ਚੱਲ ਨਹੀਂ ਸਕਿਆ। ਗੁਰੂ ਮਹਾਰਾਜ ਦੀ ਕਿਰਪਾ ਹੋਈ, ਸਾਡੇ MP ਸਾਹਿਬ ਉਧਰ ਲੱਗੇ ਅਤੇ ਸਾਰੀ ਸੰਗਤ ਸਾਡੇ ਲੱਗ ਕੇ, ਆਖਰੀ ਜੋ ਗੌਰਮੈਂਟ ਦੀ ਗਾੜੀ ਸੀ ਉਹ ਲੱਗੀ, ਅਤੇ ਫਿਰ ਇਹ ਧਮਾਕਾ ਹੋਇਆ। ਉਸ ਵਿੱਚ ਇੱਕ ਮੁਸਲਮਾਨ ਉਹ ਜ਼ਖਮੀ ਹੋਇਆ, ਬਚਾ। ਔਰ ਦੂਸਰਾ ਜੋ ਚੌਥੇ ਵਾਲੇ ਦਿਨ ਸਾਰੀ ਸੰਗਤ ਇਕੱਠੀ ਥੀ। ਗੁਰੂ ਮਹਾਰਾਜ ਦਾ ਸ੍ਰੀ ਅਕਾਲੀ ਬਾਣੀ, ਸ੍ਰੀ ਅਖੰਡ ਪਾਠ ਜੀ ਆਰੰਭ ਸੀ, ਅਤੇ ਸ਼ਹੀਦਾਂ ਦੇ ਨਿਮਰਤ ਜੋ ਰੱਖਿਆ ਸੀ ਪਾਠ, ਉਹ ਪਾਠ ਚੱਲ ਰਿਹਾ ਸੀ, ਅਤੇ ਸੰਗਤ ਵੀ ਆ ਰਹੀ ਸੀ ਚੌਥੇ ਦੀ ਬੈਠਕ ਲਈ। ਉੱਥੇ ਵੀ ਗੁਰਦੁਆਰੇ ਕੇ ਸੈਟ ਬਹੁਤ ਬੜਾ ਬੰਮ ਸੀ, ਉੱਥੇ ਵੀ ਹੋ ਰੱਖਿਆ। ਮਗਮ ਗੁਰੂ ਮਹਾਰਾਜ ਦੀ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਪ ਰੱਖਿਆ ਕੀਤੀ, ਆਪਣਾ ਹੱਥ ਰੱਖ ਕੇ ਸਾਰੀ ਸੰਗਤ ਨੂੰ ਬਚਾਇਆ। ਉਹ ਵੀ ਨਹੀਂ ਹੋਇਆ, ਉਹ ਵੀ ਨਾਕਾਮ ਹੋਏ ਨਾ। ਅਤੇ ਦੂਸਰੀ ਵਾਰ ਫਿਰ ਵੀ ਇਸੇ ਤਰ੍ਹਾਂ ਰਾਤ ਦਾ ਟਾਈਮ ਸੀ, ਫਿਰ ਇਹ ਬਾਤ ਹੋਈ ਕਿ ਚਲੋ ਸੰਗਤ ਨੂੰ ਨਿਕਾਲ ਇੱਧਰ, ਫਿਰ ਕੋਈ ਹਮਲਾ ਨਾ ਹੋ ਜਾਵੇ। ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਫਿਰ ਉਹ ਜੋ ਸੰਗਤ ਬਚ ਗਈ, ਉਹੀ ਜਾ ਕੇ ਘਰ ਦੇ ਪ੍ਰਵਾਨ ਗੁਰਦੁਆਰਾ ਜੋ ਮਰਕਜ਼ੀ ਗੁਰਦੁਆਰਾ ਹੈ, ਉੱਥੇ ਸਾਡੀ ਸਾਰੀ ਸੰਗਤ ਉਹਦੀ ਗੁਰਦੁਆਰੇ ਵਿੱਚ ਚਲੀ ਗਈ। ਅਤੇ ਜਿਹੜੇ ਹਮਲਾਵਰ ਆਏ ਸਨ ਉਹਨਾਂ ਦਾ ਕੀ ਬਣਿਆ? ਹਮਲਾਵਰਾਂ ਤੋਂ ਇਹ ਸਾਨੂੰ ਵੀ ਇੱਕ ਸ਼ਿਕਵਾ ਗਿਲਾ ਹੈ। ਹਮਲਾਵਰ ਨੇ ਇੱਕ ਬੰਦੇ ਨੂੰ ਮਾਰ ਦਿੱਤਾ ਸੀ, ਇੱਕ ਬੰਦੇ ਨੂੰ ਮਾਰ ਦਿੱਤਾ, ਅਤੇ ਉਹਨੂੰ ਵੀ ਕਿਹਾ ਕਿ ਕਰਲੇ ਦਾ ਹੈ, ਉਹੀ ਕਰਲੇ ਦਾ ਹੈ, ਹਿੰਦੁਸਤਾਨ ਦੇ ਕਰਲੇ ਦਾ, ਕੇਰਲਾ ਜੀ, ਹਾਂਜੀ। ਉਸਨੂੰ ਮਾਰ ਦਿੱਤਾ, ਅਤੇ ਔਰ 3 ਬੰਦੇ ਗੁੰਮ ਗਏ, ਗਾਇਬ ਹੋ ਗਏ। ਕਿਉਂਕਿ 4 ਬੰਦੇ ਨੇ, ਮੈਨੇ ਵੀ ਦੇਖਿਆ, ਮੇਰੇ ਨਾਲ ਜੋ ਸਾਥੀ ਸਨ ਉਹਨਾਂ ਨੇ ਵੀ ਵੇਖਿਆ, ਜੋ ਸੰਗਤ ਉੱਥੇ ਉਹਨਾਂ ਨੇ ਵੀ ਵੇਖਿਆ, ਅਤੇ ਸਾਡੇ ਜੋ ਪੜੋਸੀ ਸਨ ਮੁਸਲਮਾਨ, ਉਹਨਾਂ ਨੇ ਵੀ ਵੇਖਿਆ ਕਿ 4 ਬੰਦੇ ਅੰਦਰ ਗੇਟ ਵਿੱਚ ਆਏ ਸਨ। 4 ਬੰਦੇ ਅੰਦਰ ਗੇਟ ਵਿੱਚ ਆ ਕੇ ਹੀ ਹਮਲਾ ਕਰਕੇ ਇੱਕ ਨੂੰ ਮਾਰਤਾ, 3 ਹੋਰ ਕਿਉਂ ਹੈ, ਗਾਇਬ ਕਿਉਂ ਹੋਏ? ਇਹ 3 ਬੰਦੇ ਗਾਇਬ ਹੋਏ। 4 ਕੁਛ ਵੀ ਪਤਾ ਨਹੀਂ ਲੱਗ ਸਕਿਆ, ਕੁਛ ਪਤਾ ਨਹੀਂ ਲੱਗ ਸਕਿਆ। ਕਿਸੇ ਨੇ ਜਾਂਦੇ ਨਹੀਂ ਵੇਖਿਆ ਉਹਨਾਂ ਨੂੰ? ਕਿਸੇ ਨੇ ਵੀ ਨਹੀਂ ਦੇਖਿਆ। ਨਹੀਂ, अगर किसी ने देखा भी होए तो वो नहीं बता रहे हैं, क्योंकि मैंने देखा है 4 बंदे को अंदर, 2 अंदर हाल में आए, 2 बाहर खड़े, दोनों ऐसी जामा पहना थी अफगानी, ਅਤੇ दोनों जो सरहदी पुलिस की वर्दी जो बोल रहे थे, दोनों यही पहनी थी। ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਕਿ ਇਹ ਕਿਸੇ 'ਤੇ ਹਮਲਾ ਕਰੇ ਜਾਂ ਨਾ, ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕੋਈ ਬਾਡੀਗਾਰਡ ਦੇ ਕਿਸੇ ਬੰਦੇ ਦੇ ਨਾਲ ਆਇਆ ਹੈ। ਅਤੇ ਜੋ ਸਾਡੇ ਪੜੋਸੀ ਵੀ ਸਨ ਉਹ ਵੀ ਕਹਿ ਰਹੇ ਸਨ ਕਿ ਮੈਨੂੰ ਉਧਰ ਟੀਚਰ ਮਾਲਮ ਸਾਹਿਬ ਬੋਲਦੇ ਨੇ, ਅਤੇ ਕਹਿੰਦੇ ਮਾਲਮ ਸਾਹਿਬ ਜਮੀ ਸਾਨੇ ਵੇਖਾ ਤੇ ਇਹੀ ਬੋਲਿਆ ਸੀ ਚੱਲ ਕੋਈ ਤੁਹਾਡਾ MP ਆਇਆ ਜਾਂ ਕਿਸੇ ਨਾਲ, ਇਹ ਗਾੜਾ ਆਏ ਨੇ ਅੰਦਰ। ਅਤੇ ਜਬ ਇਹ ਹਮਲਾ हुआ तो फायरिंग हुई, साने बोला नहीं ये तो वही नहीं थे, दाइश या कुछ तालिबान ने हमला किया है। मगम साढ़े नाल अज तक तालिबान की हुकूमत भी सी, तालिबान ने साढ़े नाल इस तरह का जुल्म नहीं किया हाले तक। क्यों मैं आप शायद मैं कई बार गजनी जो बोलते कोटला साहब इधर गुरु गोबिंद सिंह जी महाराज की पाइन लाल जी की धरती जो है, उत्थे कई बार असी गए, गुरुद्वारे गए है, आने जाने रस्ते में तालिबान नाल वेख्या, तो तालिबान ने सानू सरदार जी कह के बुलाया, सरदार साहब सिंह साहब कह के बुलाया, साने नाल उन्होंने कुछ नहीं किया अब तक। तो ये कैसे व्यापार हो गया, ये भी सानू जांच करनी थी, मगम आले तो हो गया सब कुछ। हमले की जिम्मेवारी किसने ली?
ਹਮਲੇ ਦੀ ਜ਼ਿੰਮੇਵਾਰੀ ਤੋਂ ਸਾਨੂੰ ਜੋ ਫੇਸਬੁੱਕ ਰਾਹੀਂ ਤੇ ਦੇਖਿਆ ਸੀ ਤੇ ਨਿਊਜ਼ ਰਾਹੀਂ ਦੇਖਿਆ, ਇਹਨੇ ਦਾਇਸ਼ ਨਹੀਂ ਲਈ ਸੀ, ISIS ਇਹਨੇ ਲਈ ਥੀ। ਤੇ ਸਾਨੂੰ ਵੀ ਹਾਲੇ ਤੱਕ ਕੁਝ ਪਤਾ ਨਹੀਂ, ਕਿਉਂਕਿ ਸਾਡੇ ਹੋਰ ਜੋ ਬੰਦੇ ਸਨ ਉਹਨਾਂ ਨੇ ਵੀ ਬਸ ਪੁੱਛਤਾਛ की ਤੇ और अब तक कुछ पता नहीं चला, कुछ भी अब तक पता नहीं कि किसने जिम्मेवारी ली, क्यों ली, किस खतर हमला किया, कि खतर हुआ। बस यही बोलते थे वो मुसलमानों भी मार देने, सिख ने भी मार देने, हिंदू ने भी मार देने, सब जाति ने मार देने, हर किसी मज़हब ने मार देने। ये क्यों? बस अब तक तो कुछ पता नहीं लगा। ਹਮਲੇ ਤੋਂ ਬਾਅਦ ਜਿਹੜੀ ਅਥਾਰਟੀਜ਼ ਨੇ ਉੱਥੋਂ ਦੀ ਅਫਗਾਨਿਸਤਾਨ ਦੀ ਸਰਕਾਰ ਦੀ, ਉਸ ਦਾ ਕੀ ਵਰਤਾਵ ਕਿਸ ਤਰ੍ਹਾਂ ਦਾ ਸੀ ਤੁਹਾਡੇ ਤੱਕ? ਸਾਡੇ ਨਾਲ ਆ ਕੇ ਹੀ ਸਾਡੇ ਨਾਲ ਮਦਦ ਕੀਤੀ ਉਹਨਾਂ ਨੇ, ਦੇਖਿਆ ਤੇ ਹਾਲ ਪੁੱਛਿਆ, ਪੁੱਛਤਾਛ ਕੀਤੀ, ਗੁਰਦੁਆਰੇ ਵੱਲ ਵੇਖਿਆ ਤੇ ਜੋ ਸ਼ਹੀਦ ਸਨ ਉਹਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਨੇ ਦੇਖਿਆ। ਉਹਨਾਂ ਨੇ ਸਾਰਿਆਂ ਨੂੰ ਸੀਨੇ ਨਾਲ ਲਗਾਇਆ ਸੀ, ਉਹੀ ਮੁਸਲਮਾਨਾਂ ਨੇ ਵੀ। ਅਫਗਾਨਿਸਤਾਨ ਸਰਕਾਰ ਨੇ ਕੋਈ ਮਦਦ ਦਿੱਤੀ ਆਰਥਿਕ ਤੌਰ ਤੇ? ਉਹਨਾਂ ਨੇ ਮਦਦ ਇਹ ਕੀਤੀ ਕਿ ਜ਼ਖਮੀ ਨੂੰ 50,000 ਅਫਗਾਨੀ ਅਤੇ ਜੋ ਸ਼ਹੀਦ ਹੋਏ ਸਨ ਉਹਨਾਂ ਨੂੰ 1-1 ਲੱਖ ਅਫਗਾਨੀ ਦਿੱਤੇ ਸੀ। ਬਸ ਇਹ ਕਹਿ ਕੇ ਫਿਰ ਉੱਥੇ ਹੱਥ ਜੁੜ ਕੇ ਚਲੇ ਗਏ। ਔਰ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਨਾਲ ਮਦਦ ਕਰਾਂਗੇ ਹੋਰ ਵੀ, ਅਤੇ ਜੋ ਤੁਹਾਨੂੰ ਚਾਹੀਦਾ ਹੈ ਇਹ ਅਸੀਂ ਦੇਵਾਂਗੇ, ਮਗਰ ਕਿਸੇ ਨੇ ਅਜੇ ਤੱਕ ਕੁਛ ਨਹੀਂ ਕੀਤਾ। ਜਦੋਂ ਇਹ ਸਭ ਕੁਝ ਹੋ ਗਿਆ, ਹਮਲਾ ਹੋ ਗਿਆ, ਉਸ ਤੋਂ ਬਾਅਦ 10ਵੇਂ 'ਤੇ ਭੋਗ ਪਿਆ, ਜਾਂ ਚੌਥੇ ਦੀ ਗੱਲ ਪਹਿਲਾਂ ਦੱਸੀ ਤੁਸੀਂ, ਸੰਸਕਾਰ ਦੀ ਕੋਈ ਸਿੱਖ ਸੰਸਾਰ ਭਰ 'ਚੋਂ ਕੋਈ ਸਿੱਖ ਪਹੁੰਚ ਸਕਿਆ ਉੱਥੇ ਤੁਹਾਡੇ ਦਰਦ ਬਣਾਉਣ ਵਾਸਤੇ? ਉੱਥੇ ਤਾਂ ਨਹੀਂ ਪਹੁੰਚ ਸਕਿਆ, ਮਗਰ ਫੋਨ ਰਾਹੀਂ ਸਾਡੇ ਨਾਲ ਮੋਬਾਈਲ ਰਾਹੀਂ ਕਾਲ ਕਰਕੇ ਹੀ ਸਾਡਾ ਹਾਲ ਚਾਲ ਪੁੱਛਿਆ ਹਰ ਕਿਸੇ ਨੇ। ਇੱਕ ਕਿਸੇ ਨੇ ਨਹੀਂ, ਕਿ ਕਿਉਂਕਿ ਹਰ ਜਗ੍ਹਾ ਤੋਂ ਕਾਲ ਆ ਰਹੀ ਸੀ, ਕੈਨੇਡਾ, ਜਰਮਨੀ, ਪਾਕਿਸਤਾਨ, ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਕਮਿਊਨਿਟੀ, ਨਨਕਾਣਾ ਸਾਹਿਬ ਦੀ ਕਮਿਊਨਿਟੀ, ਪਿਸ਼ਾਵਰ ਦੀ ਕਮਿਊਨਿਟੀ, ਜੋ ਭਾਈ ਜੋਗਾ ਸਿੰਘ ਦੀ, ਇਹਨਾਂ ਨੇ, ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ, ਇਹਨਾਂ ਨੇ ਸਾਰੇ ਬਾਤਚੀਤ ਕੀ। ਯੂਨਾਈਟਿਡ ਸਿੱਖ ਵਾਲਿਆਂ ਨੇ, ਇਹਨਾਂ ਨੇ ਸਾਰਿਆਂ ਨੇ ਹੀ ਬਾਤਚੀਤ ਕੀ ਅਤੇ ਹਾਲ ਪੁੱਛਿਆ ਅਤੇ ਕਿਹਾ। ਅਫਸੋਸ ਇਹ ਆਉਂਦਾ ਸਾਨੂੰ ਕਿ ਅਸੀਂ ਆ ਨਹੀਂ ਸਕਦੇ, ਕਿਉਂਕਿ ਲੋਕਡਾਊਨ ਵੀ ਸੀ। ਆਉਣਾ ਚਾਹੁੰਦੇ ਸੀ? ਆਉਣਾ ਉਹ ਤੋਂ ਬੋਲ ਰਹੇ ਸੀ ਕਿ ਅਸੀਂ ਆਉਣਾ ਚਾਹੁੰਦੇ ਸੀ। ਇਹ ਹਾਲੇ ਤੋਂ ਗੁਰੂ ਮਹਾਰਾਜ ਨੂੰ ਪਤਾ ਹੈ ਕਿ ਆਉਂਦੇ ਸਨ ਕਿ ਨਹੀਂ, ਅਤੇ ਸਾਰੀ ਸੰਗਤ ਨੇ ਸਾਡੇ ਨਾਲ ਹਮਦਰਦੀ ਕੀ। ਪਾਕਿਸਤਾਨ ਦੀ ਸੰਗਤ ਤਾਂ ਨੇੜੇ ਪੈਂਦੀ ਆ, ਗਵਾਂਢੀ ਮੁਲਕ ਆ, ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਉੱਥੇ ਪਹੁੰਚਣ ਦੀ? ਉਹਨਾਂ ਨੇ ਸਾਨੂੰ ਬਾਬਾ ਜੀ ਕਿਰਪਾਲ ਸਿੰਘ ਜੋ ਹਾਲੇ ਵੀ ਉਧਰ ਹੀ ਕਮਿਊਨਿਟੀ ਵਿੱਚ ਪਿਸ਼ਾਵਰ ਤੋਂ, ਹਾਂਜੀ, ਉਹਨਾਂ ਨੇ ਸਾਡੇ ਨਾਲ ਇਹੀ ਰਾਬਤਾ ਕੀਤਾ ਅਤੇ ਕੀ ਹੈ ਕਿ ਅਸੀਂ ਆਉਂਦੇ ਹਾਂ, ਮਗਰ ਸਾਨੂੰ ਗੇਟ ਤੋਂ ਕੋਈ ਨਹੀਂ ਛੋੜਦਾ ਇਸ ਤੋਂ, ਕਿਉਂਕਿ ਲੋਕਡਾਊਨ ਹੈ, ਬਾਰਡਰ ਤੋਂ ਨਹੀਂ ਛੋੜਦਾ ਜੀ, ਬਾਰਡਰ ਤੋਂ ਨਹੀਂ ਛੋੜਦਾ। ਅਸੀਂ ਤੁਹਾਡੀ ਸੇਵਾ ਵਾਸਤੇ ਹਾਜ਼ਰ ਹਾਂ, ਤੁਸੀਂ ਇਤਨਾ ਕਰ ਸਕੋ ਤਾਂ ਹੀ ਬਾਰਡਰ ਤੱਕ ਆਓ, ਅਤੇ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦੀ ਹੈਲਪ ਤੁਸੀਂ ਚਾਹੁੰਦੇ ਹੋ ਤੁਹਾਡੇ ਨਾਲ ਕਰਦੇ ਹਾਂ। ਫਿਰ ਵੀ ਧੰਨਵਾਦ ਕਮਿਊਨਿਟੀਆਂ ਦਾ, ਜੋ ਦਿੱਲੀ ਪ੍ਰਬੰਧਕ ਗੁਰਦੁਆਰਾ ਕਮੇਟੀ ਨੇ ਅਤੇ ਯੂਨਾਈਟਿਡ ਸਿੱਖ ਹੋਰ ਜੋ ਵੀਰ ਸਾਡੇ ਕੈਨੇਡਾ, ਇੱਧਰ ਅਮਰੀਕਾ ਰਹਿੰਦੇ ਨੇ, ਇੱਧਰ ਇਹਨਾਂ ਨੇ ਜ਼ਿਆਦਾ ਹੈਲਪ ਕੀਤੀ ਸਾਡੇ ਨਾਲ। ਜੋ ਸਾਡੇ ਬੰਦੇ ਉੱਥੇ ਪਾਸਪੋਰਟ ਉਹਨਾਂ ਦਾ ਨਹੀਂ ਸੀ, ਪਾਸਪੋਰਟ ਦੀ ਮਦਦ, ਵੀਜ਼ਿਆਂ ਦੀ ਮਦਦ, ਟਿਕਟਾਂ ਦੀ ਮਦਦ, ਅਤੇ ਅਫਗਾਨਿਸਤਾਨ ਤੋਂ ਭਾਰਤ ਲੈ ਕੇ ਇਹ ਫਲਾਈਟਾਂ ਦੀ ਮਦਦ, ਇਹ ਸਾਰੇ ਅਸਥਾਵਾਂ ਨੇ ਕੀਤੀ ਸਾਡੇ ਨਾਲ। ਅਸੀਂ ਹਰ ਇੱਕ ਸਿੱਖ ਦਾ, ਇਹ ਤੋਂ ਸਿੱਖ ਦਾ ਫਰਜ਼ ਬਣਦਾ ਹੈ, ਕਿਉਂਕਿ ਸਿੱਖ ਪੈਦਾ ਹੋਇਆ ਹੈ ਸੇਵਾ ਦੀ ਖਾਤਰ, ਅਤੇ ਉਹਨਾਂ ਨੇ ਸੇਵਾ ਕੀਤੀ। ਇਹਨਾਂ ਦਾ ਤਹਿ ਦਿਲੋਂ ਧੰਨਵਾਦ ਸਾਰੀ ਅਫਗਾਨ ਬਰਾਦਰੀ, ਅਫਗਾਨ ਸੰਗਤ ਤੋਂ, ਉਹਨਾਂ ਦੀ ਬਾਨਮਾਨਗੀ ਦਾਸ ਆਪ ਜੀ ਦਾ ਧੰਨਵਾਦ ਹੈ, ਸਾਰੀ ਸੰਗਤਾਂ ਦਾ ਅਤੇ ਸਾਰੇ ਸਿੱਖ ਕਮਿਊਨਿਟੀ ਦਾ। ਜਦੋਂ ਉੱਥੋਂ ਤੁਰੇ ਹੋ ਅਫਗਾਨਿਸਤਾਨ ਤੋਂ, ਆਪਣੀ ਧਰਤੀ ਛੱਡਣ ਨੂੰ ਜੀ ਨਹੀਂ ਕਰਦਾ, ਪਰ ਹਾਲਾਤ ਬਣ ਜਾਂਦੇ ਆ, ਤੁਸੀਂ ਬੜੇ ਇੱਕ ਦੁਖਦਾਈ ਹਾਲਾਤਾਂ 'ਚੋਂ, ਦਰਦਨਾਕ ਹਾਲਾਤਾਂ 'ਚੋਂ ਲੰਘ ਕੇ ਆਏ ਹੋ। ਜਦੋਂ ਉੱਥੋਂ ਤੁਰੇ, ਪਾਸਪੋਰਟ ਬਣਾ ਦਿੱਤੇ ਗਏ, ਟਿਕਟ ਦਾ ਕੀਤਾ ਗਿਆ, ਫਿਰ ਉਹ ਗੱਲ ਦੱਸੋ ਕਿ ਉਹਦੇ ਦੌਰਾਨ ਕੌਣ ਅੱਗੇ ਆਏ? ਉਹਦੇ ਦੌਰਾਨ ਸਾਡੇ ਨਾਲ ਸੇਠੀ ਸਾਹਿਬ, ਦਲੀਪ ਸਿੰਘ ਸੇਠੀ, ਉੱਤੇ ਔਰ ਉਹਦਾ ਨਾਮ ਉਹਨੇ ਭੁੱਲ ਗਿਆ, ਅਤੇ ਸਾਡੇ ਨਾਲ ਸਾਨੀ ਸਾਹਿਬ, ਵਿਕਰਮਜੀਤ ਨਹੀਂ, ਬੇਦੀ ਸਾਹਿਬ, ਹਾਂਜੀ, ਅਮਰੀਕਾ ਤੋਂ ਇਹਨਾਂ ਨੇ, ਅਤੇ ਸਾਨੀ ਸਾਹਿਬ, ਇਹਨਾਂ ਨੇ ਵੀ ਮਦਦ ਕੀਤੀ ਫਲਾਈਟ ਦੀ, ਅਤੇ ਮਜਿੰਦਰ ਸਿੰਘ ਜੀ ਸਰਸਾ ਜੋ ਪ੍ਰਧਾਨ ਕਮੇਟੀ ਦੇ, ਇਹਨਾਂ ਨੇ ਬੜੀ ਕੁੰਮ ਕੀ ਸਾਡੇ ਨਾਲ ਹੈਲਪ ਕੀਤੀ, ਅਤੇ ਯੂਨਾਈਟਿਡ ਸਿੱਖ ਵਾਲਿਆਂ ਨੇ ਵੀ ਇਸੇ ਤਰ੍ਹਾਂ ਉਹਨਾਂ ਨੇ ਮਦਦ ਕੀਤੀ ਪਾਸਪੋਰਟਾਂ ਦੀ ਅਤੇ ਵਗੈਰਾ। ਜੋ
ਸਾਨੂੰ ਤਾਂ ਜੀ ਸਾਡਾ ਨਹੀਂ ਕਰਦਾ ਸੀ ਕਿ ਅਸੀਂ ਅਫਗਾਨਿਸਤਾਨ ਆਪਣਾ ਅਤੇ ਧਰਤੀ ਜੋ ਸਾਡੀ ਮਾਂ ਬੋਲੀ ਧਰਤੀ ਹੈ ਉੱਥੇ ਹੀ ਸਾਡਾ ਜਨਮ ਹੋਇਆ ਹੈ ਅਸੀਂ ਛੋੜੀਆਂ ਮਗਮ ਹਾਲਾਤ ਦੇ ਕਾਰਨ ਕਿਉਂਕਿ ਸਾਡੇ ਸ਼ਸ਼ੋਭਤ ਗੁਰਦੁਆਰੇ ਇਤਿਹਾਸਕ ਸਥਾਨ ਗੁਰਦੁਆਰੇ ਸਾਡੇ ਸੋਹਣੇ ਸੋਹਣੇ ਗੁਰਦੁਆਰੇ ਜੋ ਬਣੇ ਸਨ ਅਤੇ ਉਹ ਗੁਰਦੁਆਰੇ ਸਾਡੇ ਕੋਲ ਰਹਿ ਗਏ ਵਾਂਝੇ ਸਾਡਾ ਦਿਲ ਤੋਂ ਨਹੀਂ ਕਰਦਾ ਅਤੇ ਫਿਰ ਵੀ ਹਾਲਾਤ ਦੇ ਕਾਰਨ ਅਭੀ ਤੋਂ ਆਇਆ ਦੇਖੀ ਕਰੇ ਹਾਲਾਤ ਸਹੀ ਹੋਣ, ਕਿਤੇ ਵਾਪਸੀ ਹੋਵੇ। ਅਕਾਲ ਪੁਰਖ ਦੀ ਮਿਹਰ ਦੇ ਨਾਲ ਅਗਰ ਹਾਲਾਤ ਠੀਕ ਹੋਏ ਤਾਂ ਫਿਰ ਸਾਰੀ ਸੰਗਤ ਹੀ ਸਜੇਗੀ ਫਿਰ ਇੱਥੇ। ਇਹ ਤਾਂ ਸਾਡਾ ਫਰਜ਼ ਬਣਦਾ ਕਿਉਂਕਿ ਸਾਡੇ ਪਾਵਨ ਸਥਾਨ ਉਧਰ ਹੀ ਹਨ, ਗੁਰਦੁਆਰੇ ਹਨ ਸਾਡੇ। ਅਸੀਂ ਗੁਰਦੁਆਰੇ ਦੀ ਇਬਾਦਤ ਸੇਵਾ ਸੰਭਾਲ ਇਹ ਤੋਂ ਸਿੱਖਾਂ ਦੇ ਨਾਲ ਹੁੰਦੀ ਹੈ ਅਤੇ ਸਿੱਖਾਂ ਦੇ ਨਾਲ ਕਿਉਂਕਿ मैं खुद उधर ही जो टीचर था उसी मैंने हिस्ट्री में पढ़ रहा था तो पढ़ाई बच्चों को देता था। अभी मैं तकरीबन एक महीना पहले फिर गया था गुरुद्वारे के लिए। हाँ जी फिर हो गया। ਹੁਣ ਕੀ ਹਾਲਾਤ ਨੇ ਜੇ ਤੁਸੀਂ ਮਹੀਨਾ ਪਹਿਲਾਂ ਗਏ ਹੋ? हालात तो अभी ठीक है ना मगम खाना जंगी चल रही है अभी भी बम बलासे हो रहे ने मगम जद मैनू एक इफ्तिखार सिखी ते मान ये होदा कि जद भी मैं एयरपोर्ट तो लथा प्लेन ते काबल जद ही काबल पहुंचा ते उत्थे जो मेरे आंडी गवांडी सारे सन ते जो मैनू जानते सन उन्होंने एक बोलिया सरदार सिंह साहब तुसी जो आ गए फिर अफगानिस्तान में हालात ठीक होंगी। उन्होंने दूसरी बात जो दी असी फ्लाइट आखिरी फ्लाइट सी साड़ी जो असी इधर आते सा उन्होंने जो साढ़े दोस्त सन साढ़े नाल बहुत उन्होंने उठना बैठना सी अते उन्होंने एक बात यही कही कि जदन अफगानिस्तान तो सिख गए समझो अफगानिस्तान ख़त्म होया गया क्यों गुरु महाराज जी पवन स्वरूप असी साढ़े नाल लाए सी। उन्होंने दूसरी बात यही कि गुरु ग्रंथ साहिब जी महाराज जदों थे बेही गुरु ग्रंथ साहिब जी महाराज नहीं रहे वो समझो अफगानिस्तान बेही नहीं रहा। अफगानिस्तान फिर उल्टा हो जाएगा इराक की तरह गज़े की तरह। ਇਹ ਲਫ਼ਜ਼ ਕਿਸ ਦੇ ਆ? ये मुसलमाना दे वो साढ़े नाल जो उधर मुसलमान रह रहे सन अच्छे मुसलमान भी सन उन्हें रह रहे सन साढ़े नाल जो काम कर रहे सन उन्होंने मेरे तकरीबन एक खाली मैनू नहीं इस सारे सिखां यही बोला अते अपनी तहदे उन्होंने कम्यूनिटी की विशकार भी यही बोला कि जदों सिख गए समझो अफगानिस्तान खराब होया। ਕਹਿੰਦੇ ਉਹਨਾਂ ਇਹ ਵੀ ਕਿਹਾ ਕਿ ਸਿੱਖ ਗਏ ਤੇ ਫੁੱਲ ਦੀ ਖੁਸ਼ਬੂ ਹੋ ਗਈ। वो तो साने नहीं सुनिया, ਮੈਂ ਇੱਕ ਸਿੱਖ ਤੋਂ ਸੁਣਿਆ। वो मैंने खुद नहीं सुना क्योंकि मैं उधर ही काम कर रहा था गवर्नमेंट में भी जा रहा था। अभी क्यों मेरे इंटरव्यू ज़्यादा हुए रहे अते टीवीओ में जो इंटरव्यू हो रहा था उधर बाहर इलाके में जो गैर इलाके में भी गया था उधर ही भी बोलते सरदार जी अगर तुसी गए सिंह साहब उधर जद तुसी साढ़े वतन दे गुल हो गुल खुशबूदार गुल हो जद यही गल उन्होंने कही अगर तुसी इधरों गए हो समझो साढ़े वतन की खुशबू भी चलेगी। उन्होंने यही गल की थी। यही गल तो कई बार अते ये गल न्यूज़ भी हुई है कई बार न्यूज़ां भी हुई है लाइव जो टीवी दिखा रहे सन ते उन्होंने भी यही कि जो साढ़े सिख वीरां दे नाल इतना जुल्म होया है ये समझो साढ़े वतन दे गुल अभी चले गए तो साढ़ा अफगानिस्तान भी खराब हुआ क्योंकि मैं अभी आनी वेख्या आया साढ़े सिख असली साड़ी गुरु गोबिंद सिंह जी महाराज की जो दस्तार है दाड़ी है पौन तो गुरु महाराज जी कृपा के नाल जिन्होंने अमृत पान किया तो उन्होंने भी पता लगता है कि साड़ी कितनी कदर है वो महसूस करते हैं कि साड़ी कदर कितनी है तो तादे मैनू रोना आ रहा था वो जब मैंने कोशिश लैने तो कहने सिंह साहब तुसी फिर आ गए हो बस अभी मैं देखता हूँ कि अफगानिस्तान फिर ठीक हो गया। मैं दुकान में बैठा सी जब मैं दुकान गया मेरे नाल पार्टनर थी मेरा वो भी मुसलमान सी अते जेड़े मेरे ग्राहक आ रहे थे उत्थे कस्टम साढ़े आ रहे थे तो कहने सरदार सिंह तुसी फिर आ गए हो चलो शुक्र है साड़ा कि तुसी आ गए हो अभी अफगानिस्तान नहीं बनेगा तो साढ़े नाल। ਕਿੰਨੇ ਦਿਨਾਂ ਲਈ ਰੁਕੇ ਅਫਗਾਨਿਸਤਾਨ ਚ ਮੁੜ ਜਾ ਕੇ? मैं तकरीबन 25 से एक महीना लगभग उधर ही रुके। हाँ जी 1 महीना रुकया सी क्योंकि गुरुद्वारा गुरु हरराय साहिब जी महाराज जो बनता थे इतने मेरे साढ़े ग्रंथी साहब डैडी जी उत्थों दे ग्रंथी भी सन अते ये जिम्मेवारी भी साड़ी सी गुरुद्वारे की क्यों रहन बहना उत्थे सारा साड़ा सी। ਪੰਜੀ ਸਿੱਖਾਂ ਦੀ ਤੇ ਇੱਕ ਜਿਹੜੇ ਮਹਿਰਮ ਅਲੀ ਸਨ 26ਵੇਂ ਮੁਸਲਮਾਨ ਭਾਈ ਜਿਹੜੇ ਉੱਥੇ ਸ਼ਹੀਦ ਹੋਏ ਟੋਟਲ 26 ਜਾਣੇ ਕੋਈ ਸਾਂਝੀ ਯਾਦ ਬਣਾਉਣ ਦਾ ਸੋਚ ਰਹੇ ਕੁਝ ਯਾਦਗਾਰ ਬਣਾਉਣ ਦਾ ਕੋਈ ਕਿਤੇ? ਇਹ ਤੋਂ ਅਸੀਂ ਨੇ ਸੋਚਿਆ ਹੈ ਇਹ ਸੋਚਿਆ ਕਿ ਬਾਅਦ ਉੱਥੇ ਦੀ ਕਿਸੇ ਸਾਡੇ एक 2-3 बंदियां ने वही बोला कि इसी बात यादगार उन्होंने नहीं बनाई उसी गुरुद्वारे दे गेट के सामने उन्होंने यादगार बात बने मगम हालात ऐसे है कि साजगार नहीं तो मगम बनना चाहिए है उसी गुरुद्वारे में क्योंकि शहीद जो इन्होंने शहादत प्राप्त की है साढ़े 2018 ਅਤੇ 2020 ਸਾਲਾਂ ਵਿੱਚ ਇਹ ਸ਼ਹਾਦਤ ਨੇ ਜੋ ਇਹਨਾਂ ਨੇ ਸ਼ਹਾਦਤ ਦੀ ਗੁਰਦੁਆਰੇ ਵਿੱਚ ਇਹ ਸ਼ਹਾਦਤ ਬੜੀ ਵੱਡੀ ਸ਼ਹਾਦਤ ਹੈ।
ਇਹ ਬਹੁਤ ਕਠਿਨ ਸ਼ਹਾਦਤ ਹੈ ਅਤੇ ਗੁਰੂ ਮਹਾਰਾਜ ਦੇ ਗੋਦ ਵਿੱਚ ਇਹਨਾਂ ਦੀ ਯਾਦਗਾਰ ਤੋਂ ਬਣਨੀ ਚਾਹੀਦੀ ਹੈ। ਅਤ ਮਨੀ ਜ਼ਰੂਰੀ ਜਿੱਥੇ ਵੀ ਸਿੱਖ ਸਾਡੇ ਰਹਿ ਰਹੇ ਨੇ ਬਾਅਦ ਇਹ, ਕਿਉਂਕਿ ਪਹਿਲੇ ਤੋਂ ਹਰ ਜਗ੍ਹਾ ਵਿੱਚ ਇਹ ਇਤਨੇ ਧਨ ਵੱਡੇ ਭਾਗਾਂ ਵਾਲੇ ਸਨ, ਇਤਨੇ ਮੈਂ ਆਪ ਨੂੰ ਬੜਾ ਹੀ ਕਮ ਭਾਗਾਂ ਵਾਲਾ ਸਮਝਦਾ, ਕਿਉਂਕਿ ਮੈਂ ਵੀ ਸ਼ਹੀਦ ਨਹੀਂ ਹਾਂ ਉਹਦੇ ਨਾਲ। ਉਹ ਇਤਨੇ ਵੱਡੇ ਭਾਗਾਂ ਵਾਲੇ ਸਨ ਕਿ ਹਰ ਜਗ੍ਹਾ ਵਿੱਚ ਉਹਨਾਂ ਦੇ ਬਾਰੇ ਪਾਠ ਰੱਖਿਆ ਗਿਆ ਅਤੇ ਹਰ ਲਫ਼ਜ਼ ਵਿੱਚ ਉਹ ਯਾਦ ਹੋ ਰਹੇ ਨੇ। ਸ਼ਹਾਦਤ ਉਹਨਾਂ ਦੀ ਹਰ ਲਫ਼ਜ਼ਾਂ ਵਿੱਚ ਯਾਦ ਆਈ ਨੇ। ਮੇਰੀ ਬੇਟੀ ਤਾਨੀਆ ਕਾਕੀ ਤਾਨੀਆ ਕੌਰ ਇਹ ਬਿਮਾਰ ਸੀ, ਉਹਦੇ ਇੱਕ ਕਿਡਨੀ ਖਰਾਬ ਸੀ। ਇਹਨੂੰ ਮੈਂ ਜਦ ਲੈ ਗਿਆ ਅਤੇ ਪਾਕਿस्तान इंडिया तो मेरे कुछ वास नहीं चला था, मैं इंडिया लाऊँ क्यों मेरे पास ने कुछ नहीं था। ਅਤੇ ਜਦ ਮੈਂ ਇਹਨੂੰ ਲੈ ਗਿਆ ਪਾਕਿਸਤਾਨ ਮੈਂ ਉੱਥੇ ਵੇਖਿਆ ਕਿ ਇਹ ਬਚੀ ਨਹੀਂ ਅਤੇ ਅਸੀਂ ਉਹਨੂੰ ਘਰ ਦੇ ਵਿੱਚ ਵੀ ਕਾਕੀ ਤਾਨੀਆ ਨਹੀਂ ਕਹਿੰਦੇ ਸਾਂ, ਅਸੀਂ ਉਹਨੂੰ ਮਾਂ ਕਹਿੰਦੇ ਸਾਂ। ਉਹਦੀ ਸਿੰਨ ਵਿੱਚ ਛੋਟੀ ਸੀ ਮਗਰ ਦਿਮਾਗ ਉਹਨਾਂ ਦਾ ਬੜਾ ਵੱਡਾ ਸੀ, ਸਾਰਾ ਧਿਆਨ ਗੁਰੂ ਮਹਾਰਾਜ ਵੱਲ ਅਤੇ ਗੱਲਾਂ ਜੋ ਕਰਦੀ ਸੀ ਬੜੀ ਵੱਡੀ। ਉਹ ਜਦ ਮੈਨੇ ਉਸ ਨੂੰ ਲੈ ਗਿਆ ਅਤੇ ਪਿਸ਼ਾਵਰ ਲੈ ਗਿਆ, ਪਿਸ਼ਾਵਰ ਵਿੱਚ ਉਹਦਾ ਆਪਰੇਸ਼ਨ ਹੋ ਰਿਹਾ ਸੀ ਅਤੇ ਉੱਥੇ ਮੈਨੇ ਵੇਖਿਆ ਅਤੇ ਜੋ ਸਾਡੇ ਕੋਲ ਸਾਡੇ ਸਿੰਘ ਸਾਹਿਬਾਨ ਇਹ ਆਏ ਅਤੇ ਸਾਡੇ ਨਾਲ ਬੱਚੇ ਜੋ ਸਾਡੇ ਰਿਸ਼ਤੇਦਾਰ ਹੋਈ, ਉਹ ਆ ਕੇ ਦੁਖਪੰਜੀ ਸਾਹਿਬ ਦਾ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਸਨ ਅਤੇ ਉਹਦਾ ਆਪਰੇਸ਼ਨ ਹੋ ਰਿਹਾ ਸੀ। ਆਪਰੇਸ਼ਨ ਹੋ ਕੇ ਕਾਮਯਾਬ ਹੋਇਆ। ਫਿਰ ਉਹ ਆਏ ਅਤੇ ਦੂਸਰੀ ਬਾਤ ਉਹਨਾਂ ਦੀ ਵੱਡੀ ਗੱਲ ਇਹ ਸੀ ਕਿ ਸਾਡੇ ਨਾਲ ਜੋ ਵਪਾਰ ਵਰਤਿਆ ਗਿਆ ਅਤੇ ਇਹ ਸਾਡੇ ਸਿੱਖਾਂ ਨੇ ਸਾਡੇ ਨਾਲ ਇੱਕ ਜਜ਼ਬਾ ਦਿਖਾਇਆ ਸਿੱਖੀ ਦਾ ਕਿ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦੇ ਕੰਮ ਕਰਦੇ ਹਾਂ। ਸੰਸਾਰ ਭਰ ਦੇ ਸਿੱਖਾਂ ਵੱਲੋਂ ਕਹਿ ਰਹੇ ਹੋ? ਇਹ ਸੰਸਾਰ ਭਰ ਦੇ ਸਿੱਖ ਜਿੱਥੇ ਵੀ ਸਿੱਖ ਰਹਿ ਰਹੇ ਨੇ, ਜਿੱਥੇ ਵੀ ਜਿਹੜੀ ਜਗ੍ਹਾ ਵਿੱਚ ਵੀ ਹਨ, ਇਹ ਸਾਰੇ ਸਿੱਖਾਂ ਨੇ ਸਾਨੂੰ ਬੇਗਾਨਾ ਨਹੀਂ ਲੱਗਾ ਕੁਛ? ਇਹ ਸਾਨੂੰ ਬੇਗਾਨਾ ਨਹੀਂ ਲੱਗਾ, ਇਹ ਸਾਨੂੰ ਬੇਗਾਨਾ ਮਹਿਸੂਸ ਹੋਣਾ ਵੀ ਨਹੀਂ ਚਾਹੀਦਾ ਅਤੇ ਨਾ ਹੀ ਬੇਗਾਨਾ ਲੱਗਿਆ ਸਾਨੂੰ। ਇਹ ਸਾਨੂੰ ਇੱਕ ਇਹ ਸਾਡੀ ਇੱਕਜੁੱਟਤਾ ਦਾ ਪ੍ਰਮਾਣ ਵੀ ਹੈ। ਇੱਕਜੁੱਟਤਾ ਪ੍ਰਮਾਣ ਹੈ ਸਾਡਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਾਤ ਪਾਤ ਸੂਤ ਛਾਤ ਸਭ ਹੀ ਛੋੜ ਕੇ ਹੀ ਇੱਕ ਖਾਲਸਾ ਬਣਾਇਆ ਅਤੇ ਇਹ ਖਾਲਸੀ ਦੀ ਇਹੀ ਨਿਸ਼ਾਨੀ ਹੈ ਕਿ ਖਾਲਸਾ ਖਾਸ ਕਹਾਵੇ ਸੋਏ ਜਾ ਕੇ ਹਿਰਦੇ ਪਰਮ ਨਾ ਹੋਏ, ਪਰਮ ਪੈਖਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ। ਇਹ ਸਤਿਗੁਰੂ ਜੀ ਨੇ ਜੋ ਫਰਮਾਇਆ, ਇਹ ਪੂਰਾ ਸਤਿਗੁਰੂ ਪੂਰਾ ਖਾਲਸਾ ਜੋ ਹੈ ਇਹ ਗੁਰੂ ਮਹਾਰਾਜ ਕੋਲ ਇਹ ਅਰਦਾਸ ਕਰਨੀ ਹੈ ਸਾਨੂੰ ਕਿ ਜਿੱਥੇ ਵੀ ਸਾਡਾ ਖਾਲਸਾ ਪੰਥ ਰਹਿੰਦੇ ਉਹਨਾਂ ਦੀ ਜੀਤ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਕਰੇ, ਤਾਰਾ ਰੱਛਿਆ ਕਰੇ। ਜਦੋਂ ਤੁਸੀਂ ਉੱਥੋਂ ਆਏ ਹੋ ਅਫਗਾਨਿਸਤਾਨ ਤੋਂ, ਕਾਬਲ ਤੋਂ ਆਏ ਅਤੇ ਦਿੱਲੀ ਕਿਸ ਥਾਂ 'ਤੇ ਰੁਕੇ ਹੋ? ਦਿੱਲੀ ਸਾਨੂੰ ਇੱਕ ਹੋਰ ਮਾਣ ਪ੍ਰਾਪਤ ਹੋਇਆ, ਇਹ ਵੀ ਕਿ ਮਾਣ ਵਾਲੀ ਗੱਲ ਹੈ, ਬੜੀ ਵੱਡੀ ਗੱਲ ਹੈ। ਖਾਸਤਨ ਸਾਡਾ ਪਰਿਵਾਰ ਜੋ ਹਰ ਰੋਜ਼ ਅਸੀਂ ਦਸਤਰਖਾਨ ਵਿਛਾਉਂਦੇ ਹਾਂ, ਨਾਸ਼ਤੇ ਦੇ ਲਈ ਬੈਠਦੇ ਅਤੇ ਇੱਕ ਸ਼ੁਕਰਾਨਾ ਗੁਰੂ ਮਹਾਰਾਜ ਦਾ ਇਹ ਵੀ ਕਰਦੇ ਹਾਂ ਕਿ ਸ਼ੁਕਰ ਹੈ ਗੁਰੂ ਮਹਾਰਾਜ ਤੇਰਾ ਜੋ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਪਾਵਨ ਅਸਥਾਨ ਪਵਿੱਤਰ ਇਤਿਹਾਸਕ ਅਸਥਾਨ ਵਿੱਚ ਅਸੀਂ ਉੱਥੇ ਕਿਤਨੇ ਸਾਲ ਸੇਵਾ ਨਿਭਾਈ ਸੀ। ਕਹਿਣਾ ਤਾਂ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਜੋ ਕਰਦਾ ਸੇਵਾ ਤੇ ਯਾਦ ਕਰ ਦੋ ਤਾਂ ਨਹੀਂ ਹੁੰਦੀ। ਉਹ ਗੁਰੂ ਮਹਾਰਾਜ ਦੇ ਜੋ ਦਰ 'ਤੇ ਸਾਡੇ ਕੋਲ ਲੈਣੀ ਸੀ ਸੇਵਾ ਲੈ ਲਈ ਤੀ ਅਤੇ ਫਿਰ ਸਾਨੂੰ ਆਪਣੀ ਗੋਦ ਤੋਂ ਲੈ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਗੋਦ ਵਿੱਚ ਬਿਠਾ ਕੇ ਸਾਨੂੰ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਉੱਥੇ ਉਹ ਪਾਗਾਂ ਵਾਲੇ ਹੁੰਦੇ ਨੇ ਜੋ ਬੰਗਲਾ ਸਾਹਿਬ ਵਿੱਚ ਠਹਿਰਦੇ ਨੇ ਅਤੇ ਲਗਭਗ ਅਸੀਂ 3 ਮਹੀਨੇ 7ਵਾਂ ਪਾਤਸ਼ਾਹ ਦੀ 8ਵਾਂ ਪਾਤਸ਼ਾਹ ਦੀ ਗੋਦ ਵਿੱਚ ਆ ਕੇ ਇੱਥੇ ਬਿਰਾਜਮਾਨ ਹੋ ਕੇ ਇਹ ਸਾਡੇ 'ਤੇ ਉਹਨਾਂ ਦਾ ਮਿਹਰ ਭਰਿਆ ਹੈ। ਇਹ ਸਾਡੇ ਬੱਚੇ ਸਾਡੇ ਫਰਦ ਇਹ ਵਾਇਦ ਯਾਦ ਕਰਨ ਅਤੇ ਇਹ ਇਤਿਹਾਸ ਵਿੱਚ ਇਹ ਅਸੀਂ ਵਾਇਦੇ ਸਾਡੇ ਨਾਲ ਅਸੀਂ ਦਰਜ ਰੱਖਿਆ ਅਤੇ ਦਿਲ ਦੇ ਵਿੱਚ ਇਹ, ਕਿਉਂਕਿ ਸਾਨੂੰ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਤੋਂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਗੋਦ ਵਿੱਚ ਬਿਠਾਇਆ ਦਿੱਤਾ। ਇਹ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਅਤੇ ਧੰਨਵਾਦ ਕਰੀਏ ਉਸ ਗੁਰੂ ਮਹਾਰਾਜ ਦਾ ਵੀ ਫਿਰ ਵੀ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਿਹਾ ਗਿਰਾ ਦਿੱਤਾ, ਨਹੀਂ ਸਾਨੂੰ ਆਪਣੀ ਗੋਦ ਵਿੱਚ ਲੈ ਲਿਆ। ਕਿੰਨਾ ਸਮਾਂ ਗੁਰਦੁਆਰਾ ਸਾਹਿਬ 'ਚ ਰਹੇ ਹੋ ਇੱਥੇ ਦਿੱਲੀ 'ਚ ਆਣ ਕੇ? ਅਸੀਂ ਲਗਭਗ मैंने तो उतना ज़्यादा याद भी नहीं, क्योंकि शायद 2-2.5 ਮਹੀਨੇ ਅਸੀਂ ਇੱਥੇ ਰਹੇ। ਸਤੰਬਰ 'ਚ ਆਏ ਸੀ? ਹਾਂਜੀ ਸਤੰਬਰ 'ਚ ਆਏ। 3 ਮਹੀਨੇ ਤੱਕ ਸਾਨੂੰ ਮਕਾਨ ਨਹੀਂ ਮਿਲ ਰਿਹਾ ਸੀ। ਇਹ ਵੀ ਗੁਰੂ ਮਹਾਰਾਜ ਦੀ ਕਿਰਪਾ ਹੈ, ਕਿਉਂ ਅਸੀਂ ਬਾਰ ਯਾਦ ਕਰ ਰਹੇ ਹਾਂ। ਜਦ ਵੀ ਅਸੀਂ ਆਉਂਦੇ ਸਾਂ ਇੱਧਰ ਤਲਕ ਨਗਰ ਮਕਾਨ ਦੇ ਲਈ ਤਾਂ ਮਕਾਨ ਦੇਖਦੇ ਸਾਂ ਕੋਈ ਵਿਟਰ ਰਹਿੰਦਾ ਸੀ ਨਹੀਂ ਦੇ ਰਹਾ ਹੂੰ ਜਾਂ ਕੋਈ ਕੁਝ ਪ੍ਰੋਬਲਮ ਹੁੰਦੀ ਸੀ ਅਤੇ ਫਿਰ ਜਾ ਕੇ ਮੰਮੀ ਇਹੀ ਬੋਲਦੀ ਸੀ ਇਹ ਵੀ ਸ਼ਾਇਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਾਨੂੰ ਨਾ ਛੱਡੇ, ਸਾਨੂੰ ਇੱਥੇ ਹੀ ਰਹਿਣਾ ਹੋਵੇ, ਬਸ ਉਹੀ ਰਹਿਣਾ ਸੀ। ਜਦ ਵੀ ਅਰਦਾਸ ਕਰਕੇ ਫਿਰ ਵੀ ਇਹ ਦੇਖਿਆ ਕਿ ਕਿਉਂ ਪਰੇਸ਼ਾਨੀ ਵੀ ਹੁੰਦੀ ਸੀ ਇੱਥੇ। 400 ਤੋਂ ਵਧੇਰੇ ਸਿੱਖ ਅਫਗਾਨੀ ਜਿਹੜੇ ਨੇ ਇੱਥੇ ਪਹੁੰਚੇ, ਸਾਰੇ ਦੇ ਸਾਰੇ ਗੁਰਦੁਆਰਾ ਸਾਹਿਬ 'ਚ ਹੀ ਰੁਕੇ ਆਣ ਕੇ? ਸਾਰੇ ਗੁਰਦੁਆਰਿਆਂ ਵਿੱਚ ਰਹਿ ਰਹੇ ਸਨ, ਕਿਉਂਕਿ ਸਾਡੀ ਜਥਾਬੰਦੀ ਸੀ ਨਾ, ਜਥੇ ਆਏ 450 ਬੰਦਾ ਸੀ
ਰਕਾਬਗੰਜ ਅਤੇ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਉੱਥੇ ਰਹਿ ਰਹੇ ਸਨ। ਇਹ ਵਾਰੀ ਨਾਲ ਰਕਾਬਗੰਜ ਵਿੱਚ 2 ਵਾਰ ਅਤੇ ਬੰਗਲਾ ਸਾਹਿਬ ਵਿੱਚ 1 ਵਾਰ ਹੋਈ ਜੋ ਸੰਗਤ ਸਾਡੇ ਨਾਲ ਸੀ। ਹਾਂਜੀ, ਉਤਰੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਪਾਵਨ ਸਥਾਨ ਵਿੱਚ ਉੱਥੇ ਰਹੇ। ਅੱਗੇ ਭਵਿੱਖ ਦਾ ਕੀ ਸੋਚਦੇ ਹੋ? ਬਹੁਤ ਵੱਡਾ ਲਾਸ ਵੀ ਹੋਇਆ ਸਰੀਰਕ ਤੌਰ 'ਤੇ ਜੀਆਂ ਦਾ, ਅਤੇ ਭਾਗ ਵੀ ਨੇ ਕਿ ਸ਼ਹਾਦਤ ਜਿਹੜੀ ਐਵੇਂ ਨਹੀਂ ਮਿਲਦੀ, ਇਹ ਵੀ ਵੱਡੇ ਕਰਮਾਂ ਨਾਲ ਚੱਲਿਆ ਤਾਂ ਹਰ ਇੱਕ ਨੇ ਜਾਣਾ। ਭਵਿੱਖ ਬਾਰੇ ਕੀ ਸੋਚਦੇ ਹੋ? ਅਸੀਂ ਤਾਂ ਹਾਲੇ ਤੋਂ ਸਾਡੀ ਜੋ ਸਾਰੀ ਅਫਗਾਨ ਬਰਾਦਰੀ ਇੱਥੇ ਅਫਗਾਨਿਸਤਾਨ ਵਿੱਚ ਰਹਿ ਰਹੀ ਸੀ, ਉਹਨਾਂ ਦਾ ਕੰਮਕਾਰ ਠੀਕ ਸੀ, ਕਰਕੇ ਖਾਂਦੇ ਸੀ, ਬਸ ਉਹੀ ਕਰਕੇ ਉਹੀ ਖਾਂਦੇ ਸਨ। ਅਤੇ ਭਾਰਤ ਵਿੱਚ ਆਏ, ਇਹਨਾਂ ਦਾ ਇੱਥੇ ਕੁਝ ਕੰਮਕਾਰ ਨਹੀਂ, ਕਿਉਂਕਿ ਆਪਣੇ ਘਰ ਦੁਕਾਨ ਨੇ ਸਭ ਕੁਝ ਛੱਡ ਕੇ ਇੱਧਰ ਆਏ। ਅਤੇ ਇੱਥੇ ਬੈਠ ਕੇ ਹੀ ਉਹਨਾਂ ਨੇ ਇਹੀ ਕਿਹਾ ਸੀ, ਜੋ ਸਾਡੇ ਨਾਲ ਅਮਰੀਕਾ ਤੋਂ ਕੈਨੇਡਾ ਤੋਂ ਹੀ ਸੰਗਤ ਨੇ ਇਹੀ ਅਪੀਲ ਕੀਤੀ, ਜੋ ਤੁਸੀਂ ਤੀਸਰੇ ਕੰਟਰੀ ਵਿੱਚ ਆ ਕੇ ਹੀ ਤੁਹਾਨੂੰ ਅਸੀਂ ਕਰ ਸਕਦੇ ਹਾਂ, ਉੱਧਰੋਂ ਹੈਲਪ ਸਾਨੂੰ ਕਰਕੇ ਤੁਹਾਨੂੰ ਬਾਹਰ ਨਿਕਾਲੀਏ, ਕੈਨੇਡਾ ਜਾਂ ਅਮਰੀਕਾ ਜਾਂ ਜਰਮਨੀ ਜਿੱਧਰ ਵੀ ਨਿਕਲੇ। ਅਤੇ ਇਹੀ ਸਾਰੇ ਬੰਦਿਆਂ ਨੇ, ਉਹੀ ਸੰਗਤ ਨੇ ਸਾਰੇ ਬੈਠ ਕੇ ਇਹੀ ਫੈਸਲਾ ਕੀਤਾ, ਚਲੋ ਅਸੀਂ ਜਾਂਦੇ ਹਾਂ ਹਿੰਦੁਸਤਾਨ, ਅਤੇ ਹਿੰਦੁਸਤਾਨ ਤੋਂ ਅਸੀਂ ਦੇਖ ਕੇ ਅਗਰ ਸਾਡੇ ਨਾਲ ਹੈਲਪ ਕੀਤੀ ਜਾਵੇ ਤਾਂ ਅਸੀਂ ਬਾਹਰ ਨਿਕਲਦੇ ਹਾਂ। ਹਾਲੇ ਜੋ ਸਾਰੇ ਬੰਦੇ ਸਾਡੇ ਆਏ ਨੇ, ਸਾਰੀ ਸੰਗਤ ਆਏ ਨੇ, ਇਹਨਾਂ ਦਾ ਇਹੀ ਫੈਸਲਾ ਹੈ ਜੋ ਅਸੀਂ ਬਾਅਦ ਸਾਡੇ ਨਾਲ ਇਤਨੀ ਹੈਲਪ ਕੀਤੀ ਨੇ, ਧੰਨਵਾਦ ਇਹਨਾਂ ਦਾ, ਅਤੇ ਸਾਡੇ ਨਾਲ ਇਹੀ ਹੈਲਪ ਵੀ ਕੀਤੀ ਜਾਵੇ, ਸਾਡੇ ਬਾਅਦ ਸਾਨੂੰ ਬਾਹਰ ਨਿਕਾਲਿਆ ਜਾਵੇ। ਬਾਹਰ ਦੀ ਸੰਗਤ ਜਾਂ ਕੋਈ ਸੰਸਥਾਵਾਂ ਤੁਹਾਡੇ ਇਨ ਟੱਚ ਨੇ, ਤੁਹਾਡੇ ਸੰਪਰਕ ਦੇ ਵਿੱਚ ਨੇ, ਕਿ ਜਿਹੜਾ ਤੁਹਾਡੇ ਭਵਿੱਖ ਬਾਰੇ ਸੋਚ ਰਹੇ ਹੋਣ? ਇਹ ਤੋਂ ਪਹਿਲੇ ਫਾਊਂਡੇਸ਼ਨਰ ਜੋ ਮਨਮੀਤ ਸਿੰਘ ਪੋਲਰ ਫਾਊਂਡੇਸ਼ਨ ਇਨ ਕੈਨੇਡਾ ਤੋਂ, ਇਹਨਾਂ ਨੇ ਵੀ ਸੰਗਤ ਦੇ ਨਾਲ ਕੁਮਕ ਕੀਤੀ, ਬਹੁਤ ਹੀ ਹੈਲਪ ਕੀਤੀ। ਅਤੇ ਹੋਰ ਵੀ ਅਸਥਾਵਾਂ ਹਨ ਜੋ ਵੀ ਕਹਿ ਰਹੇ ਨੇ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਨੂੰ ਜਿਤਨਾ ਜਲਦੀ ਹੋ ਸਕੇ ਬਾਹਰ ਕੱਢੀਏ, ਮਗਰ ਪਤਾ ਨਹੀਂ ਕਿਉਂ ਰੁਕੇ ਨੇ ਸੰਗਤ। ਇਹ ਕੋਵਿਡ ਵੀ ਕਾਰਨ ਵੀ ਹੈ, ਔਰ ਪਤਾ ਨਹੀਂ ਹੋਰ ਕੀ ਮਸਲਾ ਹੈ ਕੁਛ। ਅਤੇ ਜੋ ਸਾਡੇ ਯੂਨਾਈਟਿਡ ਸਿੱਖ ਵਾਲੇ ਵੀ ਇਹੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਬਾਅਦ ਜਿਸ ਤਰ੍ਹਾਂ ਦਾ ਹੋਵੇ ਅਤੇ ਬਾਅਦ ਕੱਢਿਆ ਜਾਏ। ਤੁਹਾਨੂੰ ਮਹਿਸੂਸ ਹੁੰਦਾ ਕਿ ਯਤਨ ਚੱਲ ਰਿਹਾ? ਮਹਿਸੂਸ ਤਾਂ ਹੁੰਦਾ ਹੈ, ਮਹਿਸੂਸ ਇਹ ਹੁੰਦਾ ਹੈ ਕਿ ਚਲੋ ਸਾਡੇ ਨਾਲ ਯਤਨ ਕਰ ਰਹੇ, ਅਤੇ ਸਿੱਖ ਕਮਿਊਨਿਟੀ ਜੋ ਹੈ ਇਹ ਹੈਲਪ ਲਈ ਬਣੀ ਹੈ ਅਤੇ ਹੈਲਪ ਕਰ ਰਹੀ ਨੇ। ਇਹ ਸਾਨੂੰ ਅਹਿਸਾਸ ਹੁੰਦਾ ਹੈ ਕਿ ਚਲੋ ਦੇਖਿਆ ਜਾਏਗਾ ਕਿਤਨੇ ਟਾਈਮ। ਅਫਗਾਨਿਸਤਾਨ ਤੋਂ ਸੈਂਕੜੇ ਸਿੱਖ 1 ਸਾਲ ਪਹਿਲਾਂ ਹੋਏ ਹੱਲੇ ਤੋਂ ਬਾਅਦ ਉੱਜੜ ਕੇ ਭਾਰਤ ਆਏ ਆ, ਅਤੇ ਹੋ ਸਕਦਾ ਇੱਥੋਂ ਵੀ ਅੱਗੇ ਹੋਰ ਕਿਸੇ ਪ੍ਰਦੇਸ਼ ਅੱਗੇ ਜਾਣਾ ਪਵੇ ਹਾਲਾਤਾਂ ਦੇ ਅਨੁਸਾਰ। ਅਤੇ ਮਗਰ ਕਮਿਊਨਿਟੀ ਦੇ, ਸਿੱਖ ਕੌਮ ਦੇ ਕਿੰਨੇ ਕੁ ਇਨਸਾਨ ਵਸ਼ਿੰਦੇ ਅਫਗਾਨਿਸਤਾਨ 'ਚ ਬਚੇ ਆ? ਕਿੰਨੇ ਕੁ ਵਾਸੀ ਰਹਿ ਰਹੇ ਆ ਉੱਥੇ? ਰਹਿਣਾ ਤਾਂ ਉੱਥੇ ਕਿਸੇ ਨੂੰ ਵੀ, ਕਿਉਂਕਿ ਹਾਲਾਤ ਦੇ ਕਾਰਨ ਰਹਿਣਾ ਨਹੀਂ ਚਾਹੀਦਾ, ਮਗਰ ਜੋ ਗੁਰੂ ਮਹਾਰਾਜ ਦਾ ਹੁਕਮ ਹੋਵੇ ਉੱਥੇ ਹੋਣੀ ਆਲੇ ਸਾਡੇ ਸ਼ਾਇਦ 100-120 ਬੰਦਾ ਅਭੀ ਵੀ ਬਚਾ ਹੋਇਆ ਹੈ, ਇਸ ਤੋਂ ਜ਼ਿਆਦਾ ਨਹੀਂ। ਤਕਰੀਬਨ 40-50 ਫੈਮਿਲੀ, ਅਤੇ ਇਸੇ ਤਰ੍ਹਾਂ 100-150 ਬੰਦਾ ਹੋ ਜਾਂਦਾ ਹੈ। ਕਾਬਲ ਵਿੱਚ ਵੀ ਇਸੇ ਤਰ੍ਹਾਂ, ਅਤੇ ਜਲਾਲਾਬਾਦ ਉਸੀ ਤਰ੍ਹਾਂ, ਅਤੇ ਗਜ਼ਨੀ ਵਿੱਚ ਕੋਈ ਵੀ ਨਹੀਂ। ਪੈਨਨ ਲਾਲੀ ਸਾਰੀ ਸਾਰੇ ਆਏ ਨੇ, ਉਹ ਸਾਰੇ ਆਏ ਨੇ। ਅਤੇ ਸਾਡੇ ਕਾਬਲ ਵਿੱਚ ਵੀ ਥੋੜ੍ਹੀ ਸੰਗਤ ਬਚੀ ਹੋਈ ਹੈ। ਜਦੋਂ ਉਹਨਾਂ ਨਾਲ ਸੰਪਰਕ ਤੁਸੀਂ ਅਕਸਰ ਤੁਹਾਡਾ ਹੁੰਦਾ ਹੋਊਗਾ, ਉਹ ਕੀ ਕਹਿੰਦੇ ਨੇ? ਉਹ ਤੁਹਾਨੂੰ ਕਹਿੰਦੇ ਆ ਤੁਸੀਂ ਇੱਥੇ ਆ ਜਾਓਗੇ, ਜਾਂ ਉਹ ਕਹਿੰਦੇ ਅਸੀਂ ਆਉਣਾ ਚਾਹੁੰਦੇ? ਉਹਨਾਂ ਤਾਂ ਸਾਨੂੰ ਕਹਿੰਦੇ ਨੇ ਅਗਰ ਇੱਥੋਂ ਦੇ ਹਾਲਾਤ ਠੀਕ ਨਹੀਂ, ਅਸੀਂ ਆਉਂਦੇ ਹਾਂ ਭਾਰਤ, ਮਗਰ ਅਗਰ ਭਾਰਤ ਵਿੱਚ ਵੀ ਤੁਹਾਡਾ ਕੰਮ ਨਹੀਂ ਜਾਂ ਕੁਛ ਨਹੀਂ ਹੋ ਸਕਦਾ, ਕਿਉਂਕਿ ਸਾਡੇ ਕੋਲ ਗੁਰੂ ਮਹਾਰਾਜ ਦੇ ਜਿਹੜੇ ਅਸਥਾਨ ਹਨ, ਗੁਰਦੁਆਰੇ ਇਸੇ ਤਰ੍ਹਾਂ ਉਜੜ ਗਏ ਨੇ, ਰਹਿ ਗਏ ਨੇ, ਖਾਲੀ ਰਹਿ ਗਏ ਨੇ। ਅਗਰ ਕੁਛ ਨਹੀਂ ਹੋ ਸਕਦਾ, ਕਰ ਸਕਦੇ ਹੋ ਤਾਂ ਆ ਜਾਓ ਫਿਰ ਵੀ, ਕਿਉਂਕਿ ਗੁਰਦੁਆਰੇ ਦੀ ਸੰਭਾਲ ਦੇਖਭਾਲ ਇਹ ਬਾਤ ਸਿੱਖਾਂ ਦੇ ਨਾਲ ਠੀਕ ਲੱਗਦੀ, ਅਤੇ ਸਿੱਖ ਬਾਤ ਉੱਥੇ ਹੋਣ, ਕਿਉਂਕਿ ਮੈਨੂੰ ਤਾਂ ਖੁਦ ਗੁਰਦੁਆਰਾ ਗੁਰੂ ਹਰਾਜ ਸਾਹਿਬ ਵਿੱਚ ਜਦ ਵੀ ਮੈਂ ਆਉਣ ਗਿਆ, ਅਤੇ ਮੈਨੂੰ ਰੋਣਾ ਇਸ ਤਰ੍ਹਾਂ ਆਇਆ ਕਿ ਪਹਿਲੇ ਇੱਥੇ ਸੰਗਤ ਸੀ, ਕਾਫੀ ਸੰਗਤ ਸੀ, ਅਤੇ ਸੰਗਤ ਨਹੀਂ, ਅਤੇ ਇਹਦਾ ਇੱਕ ਸਿਤਾਰਾ ਜੋ ਅਸੀਂ ਬੋਲਦੇ ਹਾਂ ਸਿਤਾਰਾ, ਇਹ ਤਾਰਾ ਮੁੜ ਗਿਆ ਹੈ। ਖੁਦ ਅਸੀਂ ਗੁਰਦੁਆਰਾ ਗੁਰੂ ਹਰਾਜ ਸਾਹਿਬ ਜੀ ਵਿਖੇ, ਜਿਹੜੇ ਗੁਰੂ ਹਰਾਜ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਪ੍ਰਕਾਸ਼ ਪੁਰਬ, ਇੱਥੇ ਕਾਫੀ ਸੰਗਤ ਸਾਡੀ ਆਉਂਦੀ ਸੀ। ਪਾਕਿਸਤਾਨ ਨਨਕਾਣਾ ਸਾਹਿਬ ਤੁਹਾਡੇ ਸਾਡੇ ਨਾਲ ਜੋ ਭਾਰਤ ਦੇ ਲੋਕ ਬੈਂਕਾਂ ਵਿੱਚ ਕੰਮ ਕਰਦੇ ਸਨ, ਅਤੇ ਬੈਂਕਾਂ ਵਿੱਚ ਹੋਰ ਜੋ ਉਹਨਾਂ ਦੇ ਜਿੱਧਰ ਵੀ ਕੰਮ ਕਰਦੇ ਸਨ ਭਾਰਤ ਦੇ ਲੋਕ, ਉਹ ਸਾਰੇ ਆਉਂਦੇ ਸਨ ਉਸੀ 3 ਦਿਨ 3 ਦਿਨ। ਕਿਹੜੇ ਮਹੀਨੇ ਵਿੱਚ? ਇਹ ਮਹੀਨਾ ਜੋ ਗੁਜ਼ਰ ਗਿਆ, ਗੁਰੂ ਹਰਾਜ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਜੋ ਸੀ, ਇਸੀ ਪ੍ਰਕਾਸ਼ ਦਿਹਾੜੇ 'ਚ ਸਾਰੀ ਸੰਗਤ ਆਉਂਦੀ ਸੀ। 8 ਦਿਨ 10 ਦਿਨ 15 ਦਿਨ ਅੱਗੇ ਉਹਨਾਂ ਦਾ ਰਹਿਣ ਬਹਿਣ ਸਭ ਲੰਗਰ
ਇੰਤਜ਼ਾਮ ਸਾਰਾ ਹੁੰਦਾ ਸੀ ਗੁਰਦੁਆਰੇ ਵਿੱਚ। ਅਤੇ ਇਸ ਸਾਲ ਜੋ ਮੈਂ ਥੀ ਗੁਰਦੁਆਰੇ ਵਿੱਚ ਥਾ, ਉਸੀ ਗੁਰੂ ਰਾਏ ਸਾਹਿਬ ਜੀ ਗੁਰਦੁਆਰੇ ਵਿੱਚ ਸ੍ਰੀ ਨਿਸ਼ਾਨ ਸਿੰਘ ਜੀ ਦੀ ਪੁਸ਼ਾਕ ਦੀ ਤਬਦੀਲੀ ਕੀਤੀ। ਇਹ ਵੇਖਿਆ ਮੈਨੂੰ ਬੜਾ ਘਬਰਾਹਟ ਹੋਈ। ਦੇਖ ਇੱਕ ਵਾਰ ਸੰਗਤ ਸਾਡੀ 2000 ਤੋਂ ਵੀ ਜ਼ਿਆਦਾ ਸੀ, 2000 ਬੰਦੇ ਤੋਂ ਵੀ ਜ਼ਿਆਦਾ। ਉਸ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਹੀ ਸ਼ਾਮਲ ਸਨ। ਅਤੇ ਹੁਣ ਅਸੀਂ ਵੇਖਦੇ ਹਾਂ ਤਕਰੀਬਨ 20-25 ਬੰਦਿਆਂ ਦੇ ਨਾਲ ਅਸੀਂ। ਇਹ ਵੀ ਫਿਰ ਅਕਾਲ ਪੁਰਖ ਦਾ ਹੁਕਮ ਹੀ ਆ। ਇਹ ਤਾਂ ਅਕਾਲ ਪੁਰਖ ਦਾ ਬਸ ਹੀ ਪਾਣਾ ਸੀ ਕਿ ਹੋ ਗਿਆ। ਨਿਸ਼ਾਨ ਸਾਹਿਬ ਦੀ ਤਬਦੀਲੀ ਕੀਤੀ। ਫਿਰ ਜੋ ਅੰਦਰ ਆਏ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦਾ ਪੌਣ ਸਰੂਪ ਨਹੀਂ ਲਾਇਆ ਸੀ ਗੁਰਦੁਆਰੇ ਵਿਖੇ, ਕਿਉਂਕਿ ਕਾਰ ਸੇਵਾ ਚੱਲ ਰਹੀ ਥੀ। ਜੂਤਿਆਂ ਦੇ ਨਾਲ ਮੁਸਲਮਾਨ ਉੱਥੇ ਕੰਮ ਕਰ ਰਹੇ ਨੇ, ਜੋ ਮਜ਼ਦੂਰ ਕਾਰਨ ਉਹੀ ਕੰਮ ਕਰੇ, ਉਹਦੀ ਕਾਰਨ ਪੌਣ ਸਰੂਪ ਨਹੀਂ ਲਾਇਆ ਗੁਰਦੁਆਰੇ ਵਿੱਚ। ਅਤੇ ਥੋੜ੍ਹੀ ਜਿਹੀ ਜਗ੍ਹਾ ਨੂੰ ਜਿੱਥੇ ਸ਼ਹੀਦ ਹੋਏ ਸਾਡੇ ਬੰਦੇ, ਉੱਥੇ ਹੀ ਥੋੜ੍ਹੀ ਜਗ੍ਹਾ ਬਣਾ ਕੇ ਸੈੱਟ ਕਰਕੇ ਅਤੇ ਪੌਣ ਸਰੂਪ ਨਹੀਂ ਲਾਇਆ ਅਤੇ ਖਾਲੀ ਸੁਖਮਨੀ ਸਾਹਿਬ ਦਾ ਪਾਠ ਕਰਕੇ, ਕੀਰਤਨ ਕਰਕੇ। ਦੂਸਰੀ ਵਪਾਰ ਜਦ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਨਹੀਂ ਸਨ, ਅਤੇ ਜੋ ਮੈਂ ਖੁਦ ਦਾਸ ਚੌਪਈ ਸਾਹਿਬ ਦਾ ਪਾਠ ਸ਼ੁਰੂ ਕੀਤਾ ਕੀਰਤਨ ਰਾਹੀਂ, ਅਤੇ ਕੀਰਤਨ ਕਰ ਰਿਹਾ ਸਾਂ। ਉੱਥੇ ਵੇਖਿਆ ਕਿ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਜਿਹਨੇ ਸ਼ਹੀਦ ਸਨ, ਉੱਥੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਸਾਰੇ ਬੈਠੇ ਨੇ ਮੇਰੇ ਨਾਲ, ਸਾਰੇ ਮੇਰੇ ਨਾਲ ਬੈਠੇ ਸਨ। ਅਤੇ ਜਿਵੇਂ ਜੈਕਾਰਾ ਬੋਲਿਆ, ਅਰਦਾਸ ਮੇਰੇ ਤੋਂ ਨਹੀਂ ਹੋ ਸਕੀ, ਅਰਦਾਸ ਮੇਰੇ ਤੋਂ ਨਹੀਂ ਹੋ ਸਕੀ, ਕਿਉਂਕਿ ਮੈਨੂੰ ਰੋਣਾ ਆਉਂਦਾ ਥਾ। ਇਕੱਲੇ ਬਸ ਹੱਥ ਜੁੜ ਕੇ ਖੜਾ। ਅਤੇ ਬਾਹਰ ਜੋ ਨਿਕਲਿਆ, ਨਿਸ਼ਾਨ ਸਾਹਿਬ ਦੀ ਤਬਦੀਲੀ ਕੀਤੀ। ਨਿਸ਼ਾਨ ਸਾਹਿਬ ਦੀ ਤਬਦੀਲੀ ਵੇਲੇ ਵੀ ਉਸ ਟਾਈਮ ਵੀ मैंने देखा। बट फिर एक बार जो इधर मोड़ रहा सिर अपना मोड़िया देखा तो सारी संगत जुड़ी काफ़ी। फिर भी शुक्राना किया, शुक्र है तेरा, इतनी संगत भी साड़ी बची, ये भी शुक्र है तेरा, धन्यवाद तेरा। ਅਤੇ ਫਿਰ ਹੁਣ ਵੀ ਸਾਨੂੰ ਇਹ ਅਹਿਸਾਸ ਹੁੰਦਾ ਕਿ ਸਾਡੇ ਅਫਗਾਨਿਸਤਾਨ ਵਿੱਚ ਫਰੀ ਕਰਾਰੀ ਹੋਏ, ਖਾਨਾ ਜੰਗੀ, ਇਹ ਹਾਲਾਤਾਂ ਸਾਰੇ ਠੀਕ ਹੋ ਜਾਣ। ਫਿਰ ਵੀ ਸਾਡੀ ਸੰਗਤ ਉਸੇ ਤਰ੍ਹਾਂ ਸਾਡੇ ਜੋ ਅਲੀਸ਼ਾਨ ਗੁਰਦੁਆਰੇ ਹਨ, ਇਤਿਹਾਸਕ ਭਵਨ ਸਥਾਨ ਹਨ। ਕਾਬੁਲ ਦੇ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਨੇ? ਕਾਬਲ ਦੇ ਵਿੱਚ ਖਾਲੀ ਸ਼ੋਰ ਬਾਜ਼ਾਰ ਵਿੱਚ ਪੰਜ ਹੀ। ਅਤੇ ਇੱਕ ਗੁਰਦੁਆਰਾ ਜੋ ਹੈ ਸਾਡਾ ਉਧਰ ਹੀ ਰੋਜ਼ਾਨਾ ਲੰਗਰ तीनों टाइम चल रहा है। गुरुद्वारा सिंह सभा कारते परवान श्री दशमेश जी के नाम से वही बनया हुआ है, उसी सारे वो अभी खुला है जी। हाँ, वो खुला है। थे पवन स्वरूप भी हैं गुरु ग्रंथ साहिब जी महाराज दे, प्रकाश होंदा है थे दोनों टाइम गुरु महाराज दे संगत जुड़दी है थे। ਤੇ ਇਸ ਤੋਂ ਇਲਾਵਾ ਹੋਰ ਜਿਹੜੇ ਵੱਖਰੇ ਹੋਰ ਸ਼ਹਿਰ ਨੇ, ਜਲਾਲਾਬਾਦ, ਗਜ਼ਨੀ, ਹੋਰ ਥਾਵਾਂ 'ਤੇ ਵੀ ਗੁਰਦੁਆਰਾ ਸਾਹਿਬ ਮੌਜੂਦ ਨੇ? ਉੱਥੇ ਵੀ ਗੁਰਦੁਆਰੇ ਮੌਜੂਦ ਹਨ। ਗਜ਼ਨੀ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੌਣ ਸਰੂਪ ਨਹੀਂ ਹੈ, ਸੰਗਤ ਨਹੀਂ। ਅਤੇ ਜਲਾਲਾਬਾਦ ਵਿੱਚ ਵੀ ਸੰਗਤ ਹੈਗੀ, ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਹੁੰਦਾ ਹੈ। ਅਤੇ ਦੋਨੋਂ ਟਾਈਮ ਉੱਥੇ ਵੀ ਸੇਵਾ ਹੋ ਰਹੀ। ਹੋਰ ਕਿਸੇ ਥਾਂ ਗੁਰਦੁਆਰਾ? ਹੋਰ ਵੀ ਹੈ ਨੇ, ਮਜ਼ਾਰ ਵਿੱਚ ਗੁਰਦੁਆਰਾ ਹੈ ਸਾਡਾ, ਕੰਦਾਰ ਵਿੱਚ, ਉੱਥੇ ਵੀ ਪੌਣ ਸਰੂਪ ਨਹੀਂ ਗੁਰੂ ਮਹਾਰਾਜ ਦੇ। ਅਤੇ ਜੋ ਗੁਰਦੇਸਪੁਰ ਹੈ, ਉੱਥੇ ਵੀ ਸਾਡੀ ਗੁਰਦੁਆਰਾ ਸੀ, ਮਗਰ ਗੁਰਦੁਆਰਾ ਗਿਰ ਗਿਆ, ਸ਼ਹੀਦ ਹੋ ਗਿਆ ਗੁਰਦੁਆਰਾ। ਤੋਂ ਆਪਣੀ ਐਸੀ ਜਗ੍ਹਾ ਉਹਦੀ ਹੈ, ਉਹ ਸ਼ਹੀਦ ਕਰ ਦਿੱਤਾ ਗਿਆ। शहीद कर देता गया। पहली खाना जंगी भी जो पहली थी मुजाहिदीनों के टाइम, उस टाइम। ਅੱਛਾ ਜੀ, ਕਿਹੜੀ ਸੰਨ 'ਚ ਤਕਰੀਬਨ? तकरीबन 40-30 साल पहले, 30-25 40 ਸਾਲ ਪਹਿਲਾਂ ਕਿੰਨੀ ਕੁ ਸਿੱਖ ਸੰਗਤ ਅਫਗਾਨਿਸਤਾਨ ਦੇ ਵਿੱਚ ਵਸਦੀ ਸੀ? पहले करोड़ों तो भी ज़्यादा सी, हर जगह में सी। हर जिहड़ी गाँव अफगानिस्तान के गाँव में हर जगह में रहे। हेरात, मज़ार, कंदार, ਜਿਹੜੀ 100 ਦੇ ਕਰੀਬ ਰਹਿ ਗਈ। औनी 100 के करीब रह गई। हर जगह में सी, औनी 100 के करीब रह गए। ਸੋ ਇਹ ਗੱਲਬਾਤ ਭਾਈ ਹਰਿੰਦਰ ਸਿੰਘ ਹੋਣਾ ਨਾਲ ਅਫਗਾਨਿਸਤਾਨ ਦੇ ਸਿੱਖਾਂ, ਉੱਥੇ ਜੋ ਕੁਝ ਵਾਪਰਿਆ ਅਤੇ ਉੱਥੇ ਜੋ ਸਿੱਖਾਂ ਦਾ ਭਵਿੱਖ ਆ ਜਾਂ ਇਹਨਾਂ ਦਾ ਵੀ ਭਵਿੱਖ, ਉਹਦੇ ਬਾਰੇ ਗੱਲਾਂ ਬਾਤਾਂ ਹੋਈਆਂ। ਉਹਨਾਂ ਨੇ ਬੜੇ ਦੁਖਦਾਈ ਤਰੀਕੇ ਨਾਲ ਜਿਹੜੀ ਸਾਰੀ ਗੱਲ ਆ ਉਹ ਦੱਸੀ ਆ, ਜੋ ਕੁਝ ਵੀ ਉਦੋਂ ਵਾਪਰਿਆ। ਇੱਕ ਸਾਲ ਪਹਿਲਾਂ ਜੋ ਕੁਝ ਅਫਗਾਨਿਸਤਾਨ 'ਚ ਸਿੱਖਾਂ ਨਾਲ ਹੋਇਆ, ਇੱਕ ਵੱਡਾ ਕਾਂਡ, ਉਹਨੂੰ ਉਹਨਾਂ ਨੇ ਦੁਖਦਾਈ ਰੂਪ ਦੇ ਵਿੱਚ ਤਾਂ ਦੱਸਿਆ ਹੀ ਦੱਸਿਆ, ਪਰ ਜਜ਼ਬਾਤ ਦੇ ਨਾਲ ਨਾਲ ਗੁਰੂ ਮਹਾਰਾਜ ਦੀ ਜਿਹੜੀ ਬਖਸ਼ਿਸ਼ ਆ, ਉਹਨਾਂ ਉਸ ਦੀ ਵੀ ਗੱਲ ਕੀਤੀ। ਸੋ ਸੰਸਾਰ ਭਰ ਦੇ ਸਿੱਖਾਂ ਨੂੰ ਇਹਨਾਂ ਅਫਗਾਨਿਸਤਾਨ ਦੇ ਸਿੱਖਾਂ ਦੇ ਪ੍ਰਤੀ ਹਮਦਰਦ ਅਤੇ ਨਾਲ ਦੀ ਨਾਲ ਚਿੰਤਤ ਹੋਣ ਦੀ ਲੋੜ ਆ, ਤਾਂ ਜੋ ਇਹ, ਜਿਵੇਂ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਾਨੂੰ ਸਿੱਖਾਂ ਭਰਾਵਾਂ ਨੇ ਸਾਡੀ ਬਾਂਹ ਫੜੀ ਆ, ਅਤੇ ਇਹ ਜਿਹੜੀ ਬਾਂਹ ਆ ਹੋਰ ਵੀ ਮਜ਼ਬੂਤੀ ਨਾਲ ਫੜੀ ਜਾ ਸਕੇ। ਸੋ ਗੱਲਬਾਤ ਨੂੰ ਇੱਥੇ ਹੀ ਆਪਾਂ ਵਧਾਉਂਦੇ ਹਾਂ। ਗੁਰੂ ਪੰਥ ਖਾਲਸੇ ਦੀ ਗੱਲ ਸਦਾ ਚੱਲਦੀ ਰਹੇ। ਆਖਰ ਦੇ ਵਿੱਚ ਦੋਵਾਂ ਸਿੱਖਾਂ ਵੱਲੋਂ ਫਤਿਹ ਦੀ ਸਾਂਝ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।